ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 966 966 ਅੰਗ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਮਕਲੀ ਰਾਗ ਦੇ ਵਿੱਚ ਇਹ ਵਾਰ ਲੈ ਰਹੇ ਹਾਂ, ਜਿਹਨੂੰ ਕਿ ਸੱਤਾ ਬਲਵੰਡਾ ਜੀ ਨੇ ਲਿਖੀ। ਜਿਹੜੇ ਦੋ ਇਹ ਕੀਰਤਨੀਏ ਸੀਗੇ ਪੰਜਵੀਂ ਪਾਤਸ਼ਾਹੀ ਦੇ ਦਰਬਾਰ ਦੇ ਵਿੱਚ। ਪਹਿਲੇ ਤਿੰਨ ਜਿਹੜੇ ਹੈਗੇ ਉਹਨਾਂ ਦੇ ਬਲਵੰਡ ਜੀ ਦੇ ਹੈਗੇ, ਬਾਕੀ ਸੱਤਾ ਜੀ ਦੇ ਹੈਗੇ। 8 ਹੈਗੇ ਇਹਦੇ ਬੰਦ। ਔਰ ਇਹਦੇ ਵਿੱਚ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਪਾਤਸ਼ਾਹੀ ਤੱਕ ਜਿਹੜੀ ਹੈਗੀ ਆ ਉਹਨਾਂ ਦੇ ਬਾਰੇ ਜਿਹੜਾ ਹੈਗਾ, ਉਹਨਾਂ ਦੇ ਜੀਵਨ ਦੇ ਬਾਰੇ ਗਿਆਨ ਦਿੱਤਾ ਹੈ। ਔਰ ਇਹ ਜਿਹੜਾ ਹੈਗਾ ਰਹਿਰਸ ਦੇ ਨਾਲ ਜਿਹੜਾ ਹੈਗਾ, ਸ਼ਾਮ ਨੂੰ ਜਿਹੜੇ ਜਦ ਰਹਿਰਸ ਕਰਦੇ ਤੇ ਉਹਦੇ ਨਾਲ ਇਹ ਵਾਰ ਜਿਹੜੀ ਹੈਗੀ ਇਹਨੂੰ ਵੀ ਪੜ੍ਹਿਆ ਜਾਂਦਾ ਹੈ। रामकली की वार राय बलवंड तथा सत्ता डूम आखी। बलवंड ਜਿਹੜੇ ਸੀਗੇ ਤੇ ਸੱਤਾ ਜੀ ਜਿਹੜੇ ਹੈਗੇ ਡੂਮ ਕਹਿੰਦੇ ਆ। ਉਹ ਜਿਹੜੇ ਮਿਰਾਸੀ ਜਿਹੜੇ ਹੁੰਦੇ ਆ ਉਹਨਾਂ ਨੂੰ ਡੂਮ ਕਿਹਾ ਜਾਂਦਾ ਹੈ ਨੀਵੀਂ ਜਾਤ ਦੇ ਵਿੱਚ। ਪਰ ਇਹ ਦੇਖੋ ਇਹ ਬ੍ਰਹਮ ਗਿਆਨੀ ਹੈਗੇ। ਇਹਨਾਂ ਦੇ ਬਾਰੇ ਸਾਖੀ ਵੀ ਆਉਂਦੀ ਆ ਵੀ ਇਹ ਜਿਹੜੇ ਹੈਗੇ ਇਹਨਾਂ ਨੇ ਜਿਹੜੀ ਹੈਗੀ ਗੁਰੂ ਮਹਾਰਾਜ ਤੋਂ ਜਿਹੜੀ ਹੈਗੀ ਮਾਇਆ ਮੰਗੀ ਸੀਗੀ, ਵਿਆਹ ਸੀਗਾ ਉਹਨਾਂ ਦੇ ਬੱਚੇ ਦਾ ਜਾਂ ਬੱਚੀ ਦਾ, ਤੇ ਉਹ ਫਿਰ ਜਿਹੜੇ ਹੈਗੇ ਆ ਗੁੱਸੇ ਹੋ ਗਏ ਸੀਗੇ। ਇਹ ਸਾਰਾ ਜਿਹੜਾ ਹੈਗਾ ਸਾਖੀਆਂ ਹੈਗੀਆਂ ਭਾਈ। ਆਪਾਂ ਤਾਂ ਸਾਖੀਆਂ ਵੱਲ ਨਹੀਂ ਜਾਣਾ, ਆਪਾਂ ਜਿਹੜੇ ਹੈਗੇ ਕਿਉਂਕਿ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੇ ਆ ਤੇ ਇਹ ਬ੍ਰਹਮ ਗਿਆਨੀ ਹੈਗੇ ਭਾਈ। ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈਗਾ ਕਿਸੇ ਦੀ ਬਾਣੀ ਨਹੀਂ ਹੈਗੀ ਜਿਹੜਾ ਕਿ ਇਹ ਬ੍ਰਹਮ ਅਵਸਥਾ ਨੂੰ ਨਹੀਂ ਜਿਹੜਾ ਹੈਗਾ ਜਿਹਨੇ ਪਾਇਆ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਉਹਨਾਂ ਨੇ ਆਖੀ ਹੈ ਇਹ ਵਾਰ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹਦੇ ਵਿੱਚ ਸ਼ਲੋਕ ਨਹੀਂ ਹੈਗੇ, ਇਹਦੇ ਵਿੱਚ ਸਿਰਫ ਪੌੜੀਆਂ ਹੈਗੀਆਂ। 8 ਪੌੜੀਆਂ ਹੈਗੀਆਂ। ਤਾਂ ਇਹਨੂੰ ਵਾਰ ਕਹਿੰਦੇ ਆ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦਾ। ਅੰਗ 966। ਇਹਦੇ ਵਿੱਚ ਬਲਵੰਡ ਜੀ ਜਿਹੜੇ ਗਿਆਨ ਦੇ ਰਹੇ, ਕਹਿੰਦੇ ਕਿ ਜਿਸ ਦਾ ਨਾਮ ਜਿਹੜਾ ਹੈਗਾ ਉਹ ਕਾਦਰ ਕਰਤਾ, ਮਾਲਕ ਪਰਮਾਤਮਾ ਸੰਸਾਰ ਨੂੰ ਰਚਣ ਵਾਲਾ। ਕਾਦਰ ਵੀ ਕਹਿੰਦੇ ਆ, ਜਿਹਨੇ ਕੁਦਰਤ ਬਣਾਈ ਹੋਏ ਉਹਨੂੰ ਕਾਦਰ ਕਹਿੰਦੇ ਆ। ਇਹ ਕੁਦਰਤ ਨੂੰ ਬਣਾਉਣ ਵਾਲਾ ਮਾਲਕ ਪਰਮਾਤਮਾ ਜਿਹਦਾ ਨਾਮਣਾ ਉੱਚਾ ਕਰੇ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦਾ। ਉਹਦੀ ਜਿਹੜੀ ਹੈਗੀ ਆ ਉਹਦੀ ਉਚਾਈ ਨੂੰ ਜੋਖਣ ਵਾਸਤੇ, ਪਰਖਣ ਵਾਸਤੇ, ਵਰਣਨ ਕਰਨ ਵਾਸਤੇ ਕਹਿੰਦੇ ਕਿਹੜਾ ਆਦਮੀ ਹੈ ਜਿਹੜਾ ਬੋਲ ਲੈ ਕੇ ਆਊਗਾ ਭਾਈ। ਕਿਹੜੇ ਬੋਲ ਆ ਉਹਦੀ ਉਚਾਈ ਨੂੰ ਦੱਸਣ ਵਾਸਤੇ। ਉਹਦੀ ਉਚਾਈ ਨੂੰ ਦੱਸਣ ਵਾਸਤੇ ਬੋਲ ਨਹੀਂ ਹੈਗੇ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦਾ। ਇਹ ਗੁਰੂ ਅੰਗਦ ਦੇਵ ਜੀ ਦੇ ਬਾਰੇ ਗਿਆਨ ਦੇ ਰਹੇ ਭਾਈ। ਦੇ ਗੁਣਾ ਸਤ ਭੈਣ ਭਰਾਵ ਹੈ,
ਪਾਰੰਗਤ ਦਾਨ ਪੜੀਮਦੈ। ਦੇ ਗੁਣਾ ਕਹਿੰਦੇ ਉਹਨਾਂ ਦੇ ਕੋਲ ਤਾਂ ਗੁਣ ਜਿਹੜੇ ਹੈਗੇ, ਸੱਤ ਦੇ ਗੁਣ ਜਿਹੜੇ ਹੈਗੇ, ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹ ਗੁਣ ਜਿਹੜੇ ਹੈਗੇ ਉਹਨਾਂ ਦੇ ਭੈਣ ਭਰਾ ਜਨਮ ਤੋਂ ਹੀ ਉਹਨਾਂ ਦੇ ਨਾਲ ਹੀ ਹੈਗੇ। ਇਹਨਾਂ ਗੁਣਾਂ ਦੇ ਨਾਲ ਹੀ ਉਹਨਾਂ ਦਾ ਜੀਵਨ ਹੈ। ਦੇ ਗੁਣਾ ਸੱਤ ਭੈਣ ਭਰਾ, ਜਿਵੇਂ ਭੈਣ ਭਰਾ ਹੁੰਦੇ ਆ, ਕਹਿੰਦੇ ਇਸ ਤਰੀਕੇ ਦੇ ਨਾਲ ਗੁਣ ਹੈਗੇ ਉਹਨਾਂ ਦੇ ਵਿੱਚ। ਗੁਣ ਗੁੰਫਤ ਹੈ ਉਹਨਾਂ ਦੇ ਵਿੱਚ, ਗੁਣ ਜਿਹੜੇ ਹੈਗੇ ਆ। ਦੇ ਗੁਣਾ ਸੱਤ, ਸੱਤ ਗੁਣ, ਸਤੋ ਗੁਣ, ਸੱਤ ਗੁਣ ਆ ਉਹਨਾਂ ਦੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਗੁਣ ਸਾਰੇ। ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਮਦੈ। ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਉਹ ਤਾਂ ਪਾਰੰਗਤ ਹੈਗੇ। ਉਹ ਆ ਦਾਨ ਉਹਨਾਂ ਦੇ ਕੋਲ ਮਾਲਕ ਪਰਮਾਤਮਾ ਨੇ ਦਿੱਤਾ ਹੈ। ਨਾਨਕੇ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮਦੈ। ਉਹ ਰਾਜ ਜਿਹੜਾ ਚਲਾਇਆ ਸੀਗਾ, ਇਹ ਧਰਮ ਦਾ ਰਾਜ, ਇਹ ਆਤਮਿਕ ਯਾਤਰਾ ਦਾ ਨਾਨਕੇ ਰਾਜ ਚਲਾਇਆ। ਇਹ ਜਿਹੜਾ ਰਾਜ ਚਲਾਇਆ ਸੀਗਾ, ਇਹ ਸੰਗਤ, ਸਾਧ ਸੰਗਤ ਦਾ। ਇਹਦੇ ਵਿੱਚ ਜਿਹੜਾ ਹੈਗਾ ਇਨਸਾਨ ਜਿਹੜੇ ਹੈ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦਾ, ਇਹ ਸੱਚ ਦਾ ਨਾਨਕੇ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮਦੈ। ਇਹ ਜਿਹੜਾ ਕਿਲਾ ਬਣਾਇਆ ਇਹ ਸਾਧ ਸੰਗਤ ਦਾ, ਇਹ ਤਾਂ ਬਹੁਤ ਹੀ ਜਿਹੜਾ ਹੈਗਾ, ਇਹਦੀ ਨੀਂਵ ਜਿਹੜੀ ਹੈਗੀ ਬਹੁਤ ਗਹਿਰੀ, ਬਹੁਤ ਪੱਕੀ, ਸਤਾਣੀ, ਸੱਤਾ ਵਾਲੀ। ਨਾਨਕ ਨੇ, ਗੁਰੂ ਨਾਨਕ ਦੇਵ ਜੀ ਨੇ ਜਿਹੜਾ ਰਾਜ ਚਲਾਇਆ ਸੀ, ਬਹੁਤ ਇਹਦੀਆਂ ਗਹਿਰੀਆਂ ਜੜ੍ਹਾਂ ਸੀਗੀਆਂ, ਬਣਾਤੀ ਜੜ੍ਹਾਂ ਇਸ ਕਿਲੇ ਦੀਆਂ, ਇਸ ਕੋਟ ਦੀਆਂ। ਨਾਨਕੇ ਰਾਜ ਚਲਾਇਆ, ਸੱਚ, ਸੱਚ ਦਾ ਕੋਟ ਸਤਾਣੀ ਨੀਂਵ ਦਾ। ਇਹ ਕਿਲਾ, ਇਹਦੀ ਗਹਿਰੀਆਂ ਜੜ੍ਹਾਂ ਹੈ ਬਹੁਤ, ਇਹ ਨਹੀਂ ਹਿਲ ਸਕਦਾ। ਲਹਿਣੇ ਧਰਿਓਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦੈ। ਔਰ ਗੁਰੂ ਨਾਨਕ ਜੀ ਦੇਵ ਜੀ ਨੇ ਲਹਿਣਾ ਜੀ ਦੇ ਸਿਰ ਦੇ ਉੱਤੇ ਉਹੀ ਰਾਜ ਦਾ ਛੱਤਰ ਜਿਹੜਾ ਹੈਗਾ ਧਰ ਦਿੱਤਾ, ਗੁਰਗੱਦੀ ਦੇ ਦਿੱਤੀ। ਲਹਿਣੇ ਧਰਿਓਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵੰਦੈ। ਕੀ ਕਰਦੇ ਸੀ ਉਹ? ਕਹਿੰਦੇ ਸਿਫਤ ਕਰਕੇ, ਪਰਮਾਤਮਾ ਦੀ ਭਗਤੀ ਕਰਕੇ ਅੰਮ੍ਰਿਤ ਪੀਂਦੇ ਸੀਗੇ। ਔਰ ਇਹੀ ਜਿਹੜਾ ਹੈਗਾ, ਇਹੀ ਦੌਲਤ ਵੰਡਣ ਵਾਸਤੇ ਉਹਨਾਂ ਨੇ ਉਹਨਾਂ ਨੂੰ ਇਹ ਰਾਜ ਦੇ ਦਿੱਤਾ। ਮਤ ਗੁਰ ਆਤਮਦੇਵ ਦੀ ਖੜਗ, ਜੋਰ ਭਰਾ ਕੋਈ ਜੀਦੈ। ਉਹਨਾਂ ਕੋਲ ਕਿਹੜੀ ਮੱਤ ਸੀਗੀ? ਕਹਿੰਦੇ ਗੁਰੂ ਦੀ। ਕਿਹੜੇ ਗੁਰੂ ਦੀ? ਆਤਮਦੇਵ, ਉਸ ਮਾਲਕ ਪਰਮਾਤਮਾ ਦੀ ਖੜਗ। ਆ ਖੜਗ ਸੀਗੀ ਉਹਨਾਂ ਦੇ ਕੋਲ। ਜੋਰ ਭਰਾ ਕੋਈ ਜੀਦੈ, ਕਾਹਦੇ ਵਾਸਤੇ? ਜੀਵ ਦੇ ਵਾਸਤੇ। ਪਰਾਕੋ ਮਤਲਬ ਪਰਾਕਰਮ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ। ਆਤਮਾ ਦਾ ਦਾਨ, ਆਤਮਾ ਦੀ ਖੁਰਾਕ, ਆਤਮਾ ਦੇ ਵਾਸਤੇ, ਆਤਮ ਬਲ। ਜੋਰ ਪਰਾਕੋ ਮਤਲਬ ਆਤਮ ਬਲ। ਜੀਦੈ ਗੁਰੇ ਚੇਲੇ ਰਾਸ ਕੀ, ਨਾਨਕੇ ਸਲਾਮਤ ਥੀਵਦੈ। ਗੁਰੇ ਚੇਲੇ ਰਾਸ ਕੀ, ਨਾਨਕੇ ਸਲਾਮਤ ਥੀਵਦੈ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਹੁੰਦੇ ਹੋਏ ਜਿਹੜੇ ਹੈਗੇ ਉਹਨਾਂ ਨੂੰ ਗੁਰਗੱਦੀ ਦਿੱਤੀ ਔਰ ਉਹਨਾਂ ਦੇ ਅੱਗੇ ਝੁਕ ਗਏ। ਰਹਿਰਾਸ ਮਤਲਬ ਨਮਸਕਾਰ ਕੀਤੀ ਉਹਨਾਂ ਨੂੰ। ਗੁਰੇ ਚੇਲੇ ਰਹਿਰਾਸ ਕੀ, ਚੇਲੇ ਨੂੰ ਰਹਿਰਾਸ ਕੀਤੀ, ਚੇਲੇ ਦੇ ਅੱਗੇ ਝੁਕ ਗਏ। ਗੁਰੇ ਚੇਲੇ ਰਹਿਰਾਸ ਕੀ, ਨਾਨਕੇ ਸਲਾਮਤ ਥੀਮਦੈ। ਕਹਿੰਦੇ ਆਪਣੇ ਹੁੰਦੇ ਹੋਏ, ਸਰੀਰ ਦੇ ਹੁੰਦੇ ਹੋਏ ਹੀ ਸਹਿ ਟਿੱਕਾ ਦਿੱਤੋਸ ਜੀਵਦੈ। ਕਹਿੰਦੇ ਮਾਲਕ ਨੇ, ਗੁਰੂ ਨਾਨਕ ਦੇਵ ਜੀ ਨੇ ਇਹ ਗੁਰਿਆਈ ਦਾ ਟਿੱਕਾ ਦਿੱਤੋਸ ਦੇ ਦਿੱਤਾ, ਜੀਵਦੈ ਆਪਣੇ ਜਿਉਂਦੇ ਹੁੰਦੇ, ਆਪਣੇ ਹੁੰਦੇ ਹੋਏ।
ਜਿਉਂਦੇ ਹੁੰਦੇ ਹੋਏ ਸਰੀਰ ਦੇ ਵਿੱਚ ਹੀ ਦੇ ਦਿੱਤਾ। ਇਹ ਪਹਿਲੀ ਪੌੜੀ ਸੀਗੀ। ਲਹਿਣੇ ਦੀ ਫਿਰ ਆਈਏ ਨਾਨਕਾ ਦੋਹੀ ਖੱਟੀਏ। ਕਹਿੰਦੇ ਫਿਰ ਇਸ ਤਰੀਕੇ ਦੇ ਨਾਲ ਰਹਿਣਾ ਜੀ ਦੀ ਜਿਹੜੀ ਹੈਗੀ ਆ ਸ਼ੋਭਾ ਜਿਹੜੀ ਖਿੱਲਰ ਗਈ। ਫੇਰੀ ਲਹਿਣੇ ਦੀ ਫਿਰ ਆਈਏ ਨਾਨਕਾ ਦੋਹੀ ਖੱਟੀਏ। ਉਹਨਾਂ ਦੀ ਦੋਹੀ ਖੱਟੀ, ਕਿਉਂਕਿ ਉਹਨਾਂ ਦੇ ਕੋਲ ਆਪਣੇ ਗੁਰੂ ਦੀ ਜਿਹੜੀ ਹੈਗੀ ਉਹਦੀ ਵੀ ਖੱਟੀ ਸੀਗੀ ਔਰ ਆਪਣੀ ਵੀ ਖੱਟੀ ਸੀ। ਉਹਨਾਂ ਦੀ ਆਪਣੀ ਵੀ ਕਮਾਈ ਸੀ, ਗੁਰੂ ਦੀ ਵੀ ਕਮਾਈ ਸੀ। ਲਹਿਣੇ ਦੀ ਫਿਰ ਆਈਏ ਨਾਨਕਾ ਦੋਹੀ ਖੱਟੀਏ। ਔਰ ਕੀ ਸੀਗਾ ਉਹ, ਕਿਸ ਤਰ੍ਹਾਂ ਦੇ ਸੀਗੇ? ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਕਹਿੰਦੇ ਸਰੀਰ ਜਿਹੜਾ ਵਕਤ ਸੀਗਾ, ਬਸ ਜੋਤ ਉਹੀ ਸੀਗੀ, ਜੁਗਤੀ ਵੀ ਉਹੀ ਸੀਗੀ, ਬਸ ਕਾਇਆ ਹੀ ਪਲਟ ਗਈ, ਬਸ ਸਰੀਰ ਪਲਟ ਗਿਆ। ਉਹੀ ਜੋਤ, ਉਹੀ ਜੁਗਤੀ, ਉਹੀ ਧਿਆਨ ਸਿਮਰਨ ਵਾਲੀ, ਸਹਿਜ ਸਮਾਧੀ ਵਾਲੀ, ਭਗਤੀ ਕਰਨ ਵਾਲੀ, ਉਹੀ ਜੁਗਤੀ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਜਿਵੇਂ ਮਾਲਕ ਨੇ ਕਾਇਆ ਪਲਟ ਲਈ, ਸ਼ਹਿ ਨੇ, ਪਤੀ ਨੇ, ਪਰਮਾਤਮਾ ਨੇ, ਔਰ ਗੁਰੂ ਨਾਨਕ ਦੇਵ ਜੀ ਨੇ ਕਾਇਆ ਬਦਲ ਲਈ। ਬਸ ਆਹੀ ਲੱਗਦਾ ਹੈ। ਚੁੱਲੇ ਸੁਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਏ। ਕਹਿੰਦੇ ਉਹਨਾਂ ਦੇ ਸਿਰ ਦੇ ਉੱਤੇ ਤਾਂ ਨਿਰੰਜਨ ਪਰਮਾਤਮਾ ਦਾ ਛਤਰ ਜਿਹੜਾ ਝੁੱਲ ਰਿਹਾ ਹੈ। ਚੁੱਲੇ ਸੁਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਏ। ਉਹ ਤਖਤ ਜਿਹੜਾ ਹੈਗਾ, ਗੁਰਗੱਦੀ ਜਿਹੜੀ ਹੈਗੀ ਆ, ਉਹਨਾਂ ਦੇ ਉੱਤੇ ਬੈਠ ਗਏ। ਗੁਰੂ ਦੀ ਹੱਟੀ ਤੇ ਗੁਰੂ ਦੀ ਹੱਟੀ ਜਿਹੜੀ ਹੈਗੀ ਉਸ ਨੂੰ ਅੱਗੇ ਵਧਾਉਣ ਲੱਗ ਪਏ, ਦਾਤ ਦੇਣ ਲੱਗ ਪਏ। ਕਿਵੇਂ ਪਹੁੰਚ ਗਏ ਭਾਈ? ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਗੁਰਗੱਦੀ ਲੈ ਲਈ? ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ? ਕਰੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਏ। ਕਹਿੰਦੇ ਜੋ ਗੁਰੂ ਨੇ ਕਿਹਾ ਸੀਗਾ ਉਹੀ ਕਰਦੇ ਸੀਗੇ। ਕਰੇ ਜੇ ਗੁਰ ਫੁਰਮਾਇਆ, ਜੋ ਆ ਹੁਣ ਆਪਣੇ ਗੁਰੂ ਹੈ ਜੋ ਫੁਰਮਾ ਰਹੇ, ਜੇ ਆਪਾਂ ਕਰਾਂਗੇ ਤੇ ਆਪਾਂ ਵੀ ਪਹੁੰਚ ਜਾਵਾਂਗੇ ਉਸ ਦਰਜੇ ਤੇ। ਕਰੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਏ। ਕਹਿੰਦੇ ਇਹ ਤਾਂ ਬੜੀ ਅਲੂਣੀ ਹੈ ਸਿਲ ਭਾਈ, ਲੂਣ ਵੀ ਨਹੀਂ ਹੈਗਾ ਸਿਲ ਦੇ ਉੱਤੇ, ਉਹਨੂੰ ਚੱਟਣਾ ਹੈਗਾ। ਆਇਆ ਜੋਗ, ਸਿਲ ਜੋਗ ਅਲੂਣੀ, ਅਲੂਣੀ ਸਿਲ ਚੱਟਣੀ ਪੈਂਦੀ ਹੈ ਭਾਈ, ਤਾਂ ਇਹ ਜੋਗ ਹੋਇਆ, ਤਾਂ ਇਹ ਜੋਗ ਹੋਇਆ ਪਰਮਾਤਮਾ ਦੇ ਨਾਲ। ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਆਹ ਲੰਗਰ ਆ ਭਾਈ, ਦੇਖ ਲਓ ਆਹ ਗੁਰੂ ਘਰ ਦੇ ਵਿੱਚ ਆਹ ਲੰਗਰ ਚੱਲਦਾ ਹੈ, ਗੁਰ ਸ਼ਬਦ ਦਾ ਲੰਗਰ। ਇਸ ਲੰਗਰ ਨੂੰ ਤਾਂ ਆਪਾਂ ਜਿਹੜੇ ਹੈਗੇ ਪ੍ਰਾਇਰਟੀ ਹੀ ਨਹੀਂ ਦਿੰਦੇ, ਇੰਪੋਰਟੈਂਸ ਹੀ ਨਹੀਂ ਦਿੰਦੇ। ਲੰਗਰ ਚੱਲ ਰਿਹਾ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਇਸ ਖੱਟੀ ਦੀ ਕਹਿੰਦੇ ਕਦੀ ਤੋਟ ਹੀ ਨਹੀਂ ਆਉਂਦੀ। ਗੁਰ ਸ਼ਬਦ ਹਰ ਪਰਮਾਤਮਾ ਦੇ ਮਿਲਾਪ ਦਾ ਲੰਗਰ, ਧਿਆਨ ਸਿਮਰਨ ਦਾ, ਸਹਿਜ ਸਮਾਧੀ ਦਾ, ਗਿਆਨ ਦਾ ਲੰਗਰ। ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ। ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬੱਟੀਐ। ਕਹਿੰਦੇ ਕਿਹਨੇ ਦਿੱਤਾ ਇਹ ਲੰਗਰ, ਇਹ ਖੈਰ, ਇਹ ਖਰਚ? ਕਹਿੰਦੇ ਖਸਮ ਨੇ ਦਿੱਤਾ, ਉਸ ਮਾਲਕ ਪਰਮਾਤਮਾ ਨੇ ਦਿੱਤਾ। ਕੀ ਕਰਦੇ ਆ ਫਿਰ? ਬਸ ਗਮਰੋੜ ਹੋ ਗਏ। ਕਹਿੰਦੇ ਆਪ ਲੈ ਲਿਆ? ਨਹੀਂ, ਖਰਚੇ ਦਿੱਤ ਖਸਮ ਦੀ ਆਪ ਖੈਂਦੀ। ਕਹਿੰਦੇ ਆਪ ਖਾਧਾ, ਖੈਰ ਦਬੱਟੀਏ। ਖੈਰ ਜਿਹੜੀ ਹੈ ਦਬਾ ਦਬ ਜਿਹੜੇ ਦੋਨਾਂ ਹੱਥਾਂ ਦੇ ਨਾਲ ਵੰਡੀ ਗਏ। ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬੱਟੀਏ। ਕਿਹਨੇ ਦਿੱਤੀ ਖਰਚ? ਕਿਹਨੇ ਦਿੱਤਾ? ਇਹ ਸ਼ਬਦ ਦਾ ਲੰਗਰ, ਇਨਾਮ। ਖਰਚੇ ਦਿੱਤ ਖਸਮ ਦੀ, ਮਾਲਕ ਨੇ ਦਿੱਤਾ। ਆਪ ਖੈਂਦੀ, ਆਪ ਖਾਧਾ ਤੇ ਖੈਰ ਦਬੱਟੀਏ, ਔਰ ਦਵਾ ਦਬ ਖੁੱਲਾ ਵਰਤਾਉਣ ਲੱਗ ਪਏ।
ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ। ਕਹਿੰਦੇ ਉਸ ਮਾਲਕ ਪਰਮਾਤਮਾ ਦੀ ਸਿਫਤ ਜਿਹੜੀ ਹੈਗੀ ਆ ਸਿਫਤ ਦਾ ਲੰਗਰ ਜਿਹੜਾ ਹੈਗਾ ਵਰਤਾਉਣ ਲੱਗ ਪਏ ਭਾਈ ਉਹਨਾਂ ਦੀ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦੀ ਸਿਫਤ। ਔਰ ਇਸ ਤਰ੍ਹਾਂ ਜਿਹੜਾ ਹੈ ਅਰਸੋਂ ਕੁਰਸੋਂ ਉੱਪਰੋਂ ਜਿਹੜਾ ਹੈਗਾ ਉਹਨਾਂ ਦੇ ਉੱਤੇ ਜਿਹੜਾ ਹੈਗਾ ਨੂਰ ਇਲਾਹੀ ਨੂਰ ਜਿਹੜਾ ਹੈਗਾ ਉਹਨਾਂ ਤੇ ਛਾ ਗਿਆ ਭਾਈ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਏ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਕਹਿੰਦੇ ਹੈ ਸੱਚੇ ਪਾਤਸ਼ਾਹ, ਹੇ ਗੁਰੂ, ਤੈਨੂੰ ਦੇਖਣ ਦੇ ਨਾਲ ਡਿੱਠਣ ਦੇ ਨਾਲ ਤੇਰੇ ਕੋਲੋਂ ਗੁਣ ਲੈਣ ਦੇ ਨਾਲ ਤੇਰੀ ਸੰਗਤ ਕਰਨ ਦੇ ਨਾਲ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈਗੀ ਆ ਕੱਟੀ ਜਾਂਦੀ ਹੈ। ਆਇਆ ਸਾਧ ਸੰਗਤ, ਆਇਆ ਗੁਰੂ ਦੀ ਸੰਗਤ, ਆਇਆ ਲਹਿਣਾ ਜੀ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਗੁਰਗੱਦੀ ਮਿਲੀ। ਸੱਚ ਜੇ ਗੁਰੇ ਫਰਮਾਇਆ ਕਿਉਂ ਏਦੂ ਬੋਲੋ ਹਟੀਏ। ਕਹਿੰਦੇ ਜਿਹੜਾ ਮੇਰੇ ਗੁਰੂ ਨੇ ਸੱਚ ਕਿਹਾ, ਮੈਨੂੰ ਮੇਰੇ ਗੁਰੂ ਨੇ ਜੋ ਕੰਮ ਕਰਨ ਵਾਸਤੇ ਕਿਹਾ ਆ ਫਰਮਾਇਆ ਆ, ਕਿਉਂ ਇਸ ਕੰਮ ਤੋਂ ਮੈਂ ਹਟਾਂ, ਕਿਉਂ ਇਸ ਕੰਮ ਤੋਂ ਮੈਂ ਹਟਾਂ। ਸੱਚ ਜੇ ਗੁਰੇ ਫਰਮਾਇਆ, ਗੁਰੇ ਰਾਰੇ ਦੀ ਸਿਹਾਰੀ ਆ, ਕਿਉਂ ਏਦੂ ਬੋਲੋ ਹਟੀਏ। ਕਹਿੰਦੇ ਇਹਨੂੰ ਬੋਲਣ ਤੋਂ ਕਿਉਂ ਹਟੀਏ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਏ। ਕਹਿੰਦੇ ਪੁੱਤਰਾਂ ਨੇ ਤਾਂ ਪਾਏ, ਉਹ ਤਾਂ ਹਟ ਗਏ। ਜੋ ਗੁਰੂ ਨੇ ਫਰਮਾਇਆ ਸੀ, ਜੋ ਕੌਲ ਕਿਹਾ ਸੀ ਗੁਰੂ ਨੇ, ਨਹੀਂ ਪਾਲਿਆ ਭਾਈ। ਗੁਰੂ ਦੀ ਗੱਲ ਸੁਣ ਕੇ ਅਣਸੁਣੀ ਕਰ ਦਿੱਤੀ। ਪੁੱਤਰੀ ਕੌਣ? ਕੱਲੇ ਪੁੱਤਰ ਉਹਨਾਂ ਦੇ ਆਪਣੇ ਪੁੱਤਰ ਨਹੀਂ ਪਾਏ। ਸ੍ਰੀ ਚੰਦ ਤੇ ਲక్ష్ਮੀ ਦਾਸ ਨਾ, ਸਾਰੇ ਸਿੱਖ ਪੁੱਤਰ ਵੀ ਸੀਗੇ ਉਹਦੇ ਵਿੱਚ। ਉਹਨਾਂ ਨੂੰ ਕਿਉਂ ਨਹੀਂ ਮਿਲ ਗਈ? ਚਲੋ ਉਹਨਾਂ ਦੇ ਆਪਣੇ 2 ਪੁੱਤਰ ਛੱਡੋ, ਬਾਕੀਆਂ ਨੂੰ ਬਾਕੀਆਂ ਦੇ ਵਿੱਚੋਂ ਇਹਨਾਂ ਨੂੰ ਲੈਣਾ ਜੀ ਨੂੰ ਕਿਉਂ ਚੁਣ ਲਿਆ? ਪੁੱਤਰੀ ਕੌਲ ਨਾ ਪਾਲਿਓ, ਕੌਲ ਨਹੀਂ ਪਾਲਿਆ ਭਾਈ। ਕਰ ਪੀਰੋਂ, ਪੀਰ ਕਰਕੇ ਕੰਨ ਮੁਰਟੀਏ, ਮੋਢਾ ਮਾਰ ਜਾਂਦੇ ਸੀ। ਨਹੀਂ ਧਿਆਨ ਸਿਮਰਨ, ਨਹੀਂ ਭਗਤੀ, ਨਹੀਂ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ, ਕੰਨ ਕਹਿੰਦੇ ਮੋਢਾ, ਕਰ ਪੀਰੋ ਕੰਨ ਮੁਰਟੀਏ। ਕੰਨ ਮੋੜ ਜਾਣਾ, ਮੋਢਾ ਮੋੜ ਦੇਣਾ। ਦਿਲੇ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਏ। ਫਿਰ ਖੋਟ ਕਿਵੇਂ ਜਾਊਗੀ ਜੀ? ਅੰਦਰ ਦੀ ਮੈਲ ਕਿਵੇਂ ਜਾਊਗੀ ਦਿਲ ਦੀ? ਆਕੀ ਫਿਰਨ, ਆਕੀ ਕਹਿੰਦੇ ਨਹੀਂ ਮੰਨਦੇ ਭਾਈ, ਨਹੀਂ ਨੋਵੇ ਨਹੀਂ ਕਰਦੇ। ਫਿਰ ਖੋਟ ਦਿਲ ਦੇ ਵਿੱਚ ਓਨੀ ਦੀ ਓਨੀ ਆ। ਔਰ ਭਾਰ ਜਿਹੜਾ ਹੈਗਾ ਕਰਮਾਂ ਦਾ ਹੋਰ ਚੜੀ ਜਾ ਰਿਹਾ ਹੈ, ਸੰਸਕਾਰਾਂ ਦਾ, ਪਦਾਰਥਾਂ ਦਾ, ਲੋਭ ਦਾ, ਸੰਸਾਰ ਦੇ ਧੰਦਿਆਂ ਦੇ ਵਿੱਚ ਜਿਹੜਾ ਹੈਗਾ ਫਿਰ ਧੋਖਾਧੜੀ। ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਏ। ਛੱਟ ਬਹੁਤ ਉੱਚੀ, ਬਹੁਤ ਭਾਰ ਚੱਕ ਲਿਆ ਭਾਈ। ਜਿਨੇ ਆਖੀ ਸੋਈ ਕਰੇ, ਜਿਨੇ ਕੀਤੀ ਤਿਨੇ ਥੱਟੀਏ। ਪਰ ਲੈਣਾ ਜੀ ਕਹਿੰਦੇ ਜਿਨੇ ਆਖੀ, ਜਿਸ ਮੈਂ ਗੁਰੂ ਨੇ ਜਿਸ ਤਰ੍ਹਾਂ ਆਖਿਆ ਸੀ ਸੋਈ ਕਰੇ, ਉਸੇ ਤਰੀਕੇ ਦੇ ਨਾਲ ਕਰਦੇ ਸੀ ਭਾਈ। ਜਿਨੇ ਮਤਲਬ ਜਿਸ ਤਰੀਕੇ ਦੇ ਨਾਲ ਗੁਰੂ ਨੇ ਕਿਹਾ ਸੀ ਵੀ ਆਹ ਧਿਆਨ ਸਿਮਰਨ ਇਸ ਤਰ੍ਹਾਂ ਕਰਨਾ ਹੈ, ਆਹ ਸਤ ਸੰਤੋਖ ਦੀ ਦਇਆ ਧਰਮ ਧੀਰਜ ਲੈਣੇ ਆ, ਇਹ ਗਰੀਬੀ ਰੱਖਣੀ ਆ, ਸਭ ਤੋਂ ਨਿਮਰ, ਸਭ ਤੋਂ ਨੀਵਾਂ ਰਹਿਣਾ ਆ, ਪਤਾ ਹੀ ਨਾ ਲੱਗੇ ਆਪਣੇ ਆਪ ਦਾ। ਜਿਨੇ ਆਖੀ ਸੋਈ ਕਰੇ, ਜੋ ਕੁਛ ਕਿਹਾ ਸੀਗਾ ਉਹੀ ਕਰਦੇ ਸੀਗੇ। ਜਿਨੇ ਕੀਤੀ ਤਿਨੇ ਥੱਟੀ ਹੈ, ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਆ ਥੱਟੀ ਆ, ਉਹਨਾਂ ਨੂੰ ਆ ਐਸ ਤਾਂ ਜਿਹੜਾ ਹੈਗਾ ਇਹ ਗੁਰਗੱਦੀ, ਗੁਰੂ ਦੀ ਗੱਦੀ ਆ ਮਿਲੀ, ਗੁਰੂ ਪਦਵੀ ਮਿਲੀ ਹੈ ਉਹਨਾਂ ਨੂੰ। ਜਿਨੇ ਆਖੀ ਸੋਈ ਕਰੇ, ਜਿਵੇਂ ਕਿਹਾ ਸੀਗਾ ਉਸੇ ਤਰੀਕੇ ਦੇ ਨਾਲ ਕਰਦੇ ਸੀਗੇ। ਜਿਨੇ ਆਖੀ ਸੋਈ ਕਰੇ, ਇਹਦਾ ਮਤਲਬ ਜਿਨੇ ਆਖੀ ਦਾ ਮਤਲਬ ਜਿਸ ਤਰ੍ਹਾਂ ਕਿਹਾ ਆ ਉਹਦੇ ਵਿੱਚ ਆਪਣੀ ਮੱਤ ਨਹੀਂ ਲਾਉਂਦੇ, ਆਪਣੀ ਡਾਇਲੂਟ ਨਹੀਂ ਕਰਦੇ ਆ ਗੁਰੂ ਦੇ ਹੁਕਮਾਂ ਨੂੰ। ਜਿਨੇ ਆਖੀ ਸੋਈ ਕਰੇ, ਜਿਨੇ ਕੀਤੀ ਤਿਨੇ ਥੱਟੀ ਹੈ। ਜਿਨੇ ਕੀਤੀ ਆ ਭਾਈ ਉਹਦੀ ਥੱਟੀ ਆ, ਫਿਰ ਉਹਦਾ ਥਾਟ ਆ, ਉਹਦੀ ਸੋਭਾ ਹੈਗੀ। ਕੌਣ ਹਾਰੇ ਕਿੰਨੇ ਉਹ ਵੱਟੀ ਹੈ? ਦੱਸੋ ਇਹਦੇ ਵਿੱਚ ਜਿਹੜਾ ਹੈਗਾ ਹਾਰ ਜੀਤ ਕਾਹਦੀ ਹੈ ਭਾਈ? ਇਹਦੇ ਵਿੱਚ ਕੀ ਜਿਹੜੀ ਹੈਗੀ ਗਲਤੀ ਕੀ ਹੈਗੀ? ਇਹਦੇ ਵਿੱਚ ਕਿਹੜੀ ਚੀਜ਼ ਹੈਗੀ ਹੈ ਜਿਹੜਾ ਆਸ਼ਚਰਜਨਕ ਹੋ ਰਹੀ ਹੈ ਭਾਈ?
ਬਈ ਇਹਨਾਂ ਨੂੰ ਕਿਉਂ ਗੁਰਗੱਦੀ ਦੇ ਦਿੱਤੀ, ਕਿਉਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਦਿੱਤੀ, ਕਿਉਂ ਸਿੱਖਾਂ ਪੁੱਤਰਾਂ ਚੋਂ ਇਹਨਾਂ ਨੂੰ ਕਿਉਂ ਸਿਲੈਕਟ ਕਰ ਲਿਆ? ਦੱਸੋ ਇਹਦੇ ਵਿੱਚ ਕਿਹੜੀ ਚੀਜ਼ ਦੀ, ਇਹਦੇ ਵਿੱਚ ਕੀ ਗਲਤੀ ਹੈਗੀ? ਕੌਣ ਹਾਰੇ ਕਿਨੇ ਵੱਟੀਏ, ਕੌਣ ਹਾਰ ਗਿਆ ਤੇ ਕੌਣ ਜਿੱਤ ਗਿਆ ਭਾਈ? ਇਹਦੇ ਵਿੱਚ ਕੋਈ ਜਿਹੜਾ ਹੈਗਾ ਕੋਈ ਆਸ਼ਚਰਜਨਕ ਗੱਲ ਥੋੜੀ ਨਾ ਹੋਈ ਹੈ। ਜਿਨੇ ਕੀਤੀ ਸੋ ਮੰਨਣਾ, ਕੋ ਸਾਲ ਜਿਵਾ ਹੈ ਸਾਲੀ। ਕਹਿੰਦੇ ਜਿਸਨੇ ਵੀ ਜਿਹੜਾ ਹੈ ਜੇ ਗੁਰੂ ਦੀ ਗੱਲ ਮੰਨੀ ਔਰ ਜਿਨੇ ਵੀ ਜਿਹੜਾ ਹੈਗਾ ਇਹ ਭਗਤੀ ਕੀਤੀ, ਪ੍ਰੇਮਾ ਭਗਤੀ ਕੀਤੀ, ਉਸੇ ਦੀ ਮਾਨਤਾ ਹੋਣੀ ਹੈ ਭਾਈ। ਕੋ ਸਾਲ ਜਿਵਾਹੇ ਸਾਲੀ, ਜਿਵਾਹੇ ਕਹਿੰਦੇ ਜਿਵਾਹਾਂ ਜਿਹੜਾ ਹੈਗਾ ਇਹ ਦਰਿਆ ਦੇ ਕੰਢੇ ਦੇ ਉੱਤੇ ਜਿਹੜੇ ਹੈਗੇ ਹੁੰਦੇ ਆ, ਜਿਹੜੇ ਘਾਹ ਟਾਈਪ ਦਾ ਸਰਕੰਡਾ ਜਿਹੜਾ, ਉਹਦੇ ਵਿੱਚ ਜਿਹੜੇ ਹੈਗੇ ਇਹ ਬਰੀਕ ਬਰੀਕ ਜਿਹੜੇ ਕੰਡਿਆਲੇ ਜਿਹੜੇ ਹੈਗੇ, ਤੇ ਸਾਲੀ ਕਹਿੰਦੇ ਆ ਮੂੰਜੀ ਨੂੰ, ਚੌਲਾਂ ਨੂੰ। ਜਿਹਨੇ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੇ ਸਾਲੀ। ਕਹਿੰਦੇ ਹੁਣ ਦੇਖੋ ਜਿਵਾਹਾ ਕਿਹੜਾ ਹੈਗਾ ਤੇ ਸਾਲੀ ਕਿਹੜੀ ਹੈਗੀ? ਇਹਦੇ 'ਚ ਕਿਹਦੀ ਵੈਲਿਊ ਹੈਗੀ ਆ ਭਾਈ? ਚੌਲਾਂ ਦੀ ਵੈਲਿਊ ਹੈਗੀ ਆ, ਘਾਹ ਦੀ ਵੈਲਿਊ ਥੋੜੀ ਨਾ ਹੈਗੀ ਆ। ਉਹ ਸਾਲ ਕਹਿੰਦੇ ਸਾਲ ਕੌਣ ਆ ਇਹਦੇ ਵਿੱਚ? ਸ੍ਰੇਸ਼ਟ ਕੌਣ ਹੈਗਾ? ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਇਹ ਧਰਮ ਰਾਏ ਜਿਹੜਾ ਧਰਮਰਾਜ ਦੀ ਗੱਲ ਨਹੀਂ ਹੋ ਰਹੀ। ਧਰਮ ਰਾਏ ਕੌਣ? ਗੁਰੂ ਅੰਗਦ ਦੇਵ ਜੀ। ਕਹਿੰਦੇ ਧਰਮ ਦਾ ਰਾਜਾ ਹੈਗਾ ਉਹ, ਤਾਂ ਦੇਵਤਾ ਹੈਗਾ ਭਾਈ। ਕੀ ਕਰਦਾ ਹੈ? ਲੈ ਗੱਲਾਂ ਕਰੇ ਦਲਾਲੀ। ਉਹ ਤਾਂ ਜਿਹੜਾ ਹੈਗਾ ਪਰਮੇਸ਼ਰ ਨੂੰ ਮਿਲਾਉਂਦਾ ਹੈ ਭਾਈ, ਵਿਚੋਲਾ ਹੈਗਾ। ਸੁਣਦਾ ਹੈ ਸਾਰਿਆਂ ਦੀਆਂ ਗੱਲਾਂ, ਸੁਣ ਕੇ ਮਾਲਕ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ, ਗਿਆਨ ਦੇ ਦਿੰਦਾ ਹੈ। ਉਹ ਤਾਂ ਧਰਮ ਦਾ ਦੇਵਤਾ ਹੈ। ਜਿਹਨੇ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੇ ਸਾਲੀ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰ ਆਖੈ ਸੱਚਾ ਕਰੇ, ਸਾ ਬਾਤ ਹੋਵੇ ਦਰਹਾਲੀ। ਕਹਿੰਦੇ ਗੁਰੂ ਜੀ, ਗੁਰੂ ਅੰਗਦ ਦੇਵ ਜੀ ਜੋ ਗੱਲ ਆਖਦੇ ਸੀਗੇ ਸੱਚਾ ਕਰੇ, ਉਹ ਸੱਚਾ ਪਰਮਾਤਮਾ ਉਸੇ ਤਰੀਕੇ ਦੇ ਨਾਲ ਕਰ ਦਿੰਦਾ ਹੈ। ਸਤਿਗੁਰ ਆਖੇ ਸੱਚਾ ਕਰੇ, ਔਰ ਕਦੋਂ ਕਰ ਦਿੰਦਾ ਹੈ? ਸਾ ਬਾਤ ਹੋਵੇ ਦਰਹਾਲੀ। ਕਹਿੰਦੇ ਉਸੇ ਟਾਈਮ ਕਰ ਦਿੰਦਾ, ਦਰਹਾਲ, ਐਜ਼ ਇਟ ਇਜ਼। ਸਤਿਗੁਰ ਆਖੇ ਸੱਚਾ ਕਰੇ, ਸਾ ਬਾਤ ਹੋਵੇ ਦਰਹਾਲੀ। ਚਲੋ ਸਿਤਾਬ ਦਰਹਾਲ ਬੁਲਾਇਆ। ਉਹ ਆਂਦਾ ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨੇ ਬੁਲਾਇਆ। ਉਹਦੇ ਚਾਹੁੰਦਾ ਦਰਹਾਲ ਬੁਲਾਇਆ, ਐਜ਼ ਇਟ ਇਜ਼, ਇਮੀਡੀਏਟਲੀ ਚੱਲ ਤੁਰ ਪਾ ਹੁਣ ਸਾਡੇ ਨਾਲ। ਸਤਿਗੁਰ ਆਖੈ ਸੱਚਾ ਕਰੇ, ਸਾ ਬਾਤ ਹੋਵੇ ਦਰਹਾਲੀ। ਮਾਲਕ ਕਰਦਾ ਹੈ, ਕਹਿੰਦੇ ਜੋ ਗੁਰੂ ਆਖਦੇ ਮਾਲਕ ਉਸੇ ਵੇਲੇ ਪੂਰੀ ਕਰ ਦਿੰਦਾ। ਗੁਰੂ ਅੰਗਦ ਦੀ ਦੋਹੀ ਫਿਰੀ, ਸੱਚ ਕਰਤਾ ਬੰਦ ਬਹਾਲੀ। ਕਹਿੰਦੇ ਗੁਰੂ ਅੰਗਦ ਦੀ ਜੀ ਪ੍ਰਸਿੱਧੀ ਫੈਲ ਗਈ ਭਾਈ, ਗੁਰੂ ਨਾਨਕ ਦੇਵ ਜੀ ਵਰਗੀ। ਸੱਚ, ਕਿਉਂਕਿ ਸੱਚ ਦੇ ਨਾਲ ਸੀਗੇ। ਉਸ ਕਰਤਾ ਨੇ, ਮਾਲਕ ਨੇ ਉਹਨਾਂ ਦੀ ਜਿਹੜੀ ਹੈਗੀ, ਉਹਨਾਂ ਦੀ ਸਾਧ ਸੰਗਤ ਦੀ ਜਿਹੜੀ ਹੈ ਪ੍ਰਸਿੱਧੀ ਫੈਲਾ ਦਿੱਤੀ। ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸੈ ਡਾਲੀ। ਇਹ ਤਾਂ ਕਹਿੰਦੇ ਆ ਗੁਰੂ ਨਾਨਕ ਦੇਵ ਜੀ ਜਿਹੜੇ ਹੈਗੇ, ਉਹਨਾਂ ਦੇ ਸਰੀਰ ਪਲਟਾ ਲਿਆ, ਔਰ ਅੰਦਰ ਜਿਹੜਾ ਹੈਗਾ ਉਹੀ ਗੁਰੂ ਨਾਨਕ ਦੇਵ ਜੀ ਹੈਗੇ। ਉਹਨਾਂ ਦੇ ਤਖਤ 'ਤੇ ਜਿਹੜਾ ਹੈਗਾ ਇਹ ਗੁਰੂ ਅੰਗਦ ਦੇਵ ਜੀ ਜਿਹੜੇ ਹੈਗੇ, ਇਹਨਾਂ ਦੇ ਸੈਂਕੜੋ ਜਿਹੜੇ ਹੈਗੇ ਸਿੱਖ ਜਿਹੜੇ ਹੈਗੇ ਸੈਂਕੜੋ ਡਾਲੀਆਂ ਵਾਲਾ ਇਹ ਜਿਹੜਾ ਹੈਗਾ ਤਖਤ ਦੇ ਉੱਤੇ ਬੈਠ ਗਏ ਭਾਈ। ਦਰ ਸੇਵੇ ਉਮਤ ਖੜੀ, ਮਸਕਲੇ ਹੋਏ ਜੰਗਾਲੀ। ਔਰ ਉਹਨਾਂ ਦੇ ਦਰ 'ਤੇ ਕੀ ਹੁੰਦਾ ਉਹਨਾਂ ਦੀ ਸਾਧ ਸੰਗਤ ਦੇ ਵਿੱਚ? ਉਮਤ ਕਹਿੰਦੇ ਆ ਸਾਧ ਸੰਗਤ ਕੀ ਕਰਦੀ ਆ? ਦਰ ਸੇਵੇ, ਸੇਵਾ ਕਰਦੀ ਆ। ਜਿਵੇਂ ਗੁਰੂ ਜੀ ਕਹਿੰਦੇ ਆ ਉਵੇਂ ਜਿਹੜਾ ਹੈਗਾ ਭਗਤੀ ਕਰਦੇ ਆ। ਕੀ ਹੁੰਦਾ ਹੈ ਫਿਰ? ਮਸਕਲੇ ਹੋਏ ਜੰਗਾਲੀ। ਜਿਵੇਂ ਜਿਹੜਾ ਹੈਗਾ ਰੇਗਮਾਲ ਹੁੰਦਾ ਹੈ, ਮਸਕਲਾ ਕਹਿੰਦੇ ਉਹਦੇ ਨਾਲ ਰਗੜ ਦੋ, ਕੋਈ ਵੀ ਮੈਟਲ ਹੈਗਾ ਇੱਕਦਮ ਚਮਕ ਜਾਂਦਾ ਹੈ। ਇਸ ਤਰ੍ਹਾਂ ਜੰਗਾਲ ਲੈ ਜਾਂਦੀ ਹੈ,
ਇਸ ਤਰ੍ਹਾਂ ਜਿਹੜੇ ਹੈਗੇ ਸੰਗਤ ਦੇ ਵਿੱਚ ਜਿਹੜੇ ਵੀ ਆਉਂਦੇ ਆ ਉਹਨਾਂ ਦੇ ਅੰਦਰੋਂ ਮਨ ਦੀ ਜੰਗਾਲ ਲਾ ਦਿੰਦੇ ਆ, ਚਮਕਾ ਦਿੰਦੇ ਆ ਜੀਵਨ ਨੂੰ। ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ, ਜੰਗਾਲੀਆਂ ਨੂੰ ਮਸਕਲੇ ਨਾਲ ਬਿਲਕੁਲ ਸਾਫ਼ ਚਮਕਾ ਦਿੰਦੇ ਜੀਵਨ ਨੂੰ। ਦਰ ਦਰਵੇਸ਼ ਖਸਮ ਦੈ ਨਾਏ ਸੱਚੇ ਬਾਣੀ ਲਾਲੀ, ਕਹਿੰਦੇ ਕਿਹੇ ਜਿਹੇ ਹੈਗੇ ਉਹ, ਕਹਿੰਦੇ ਖਸਮ ਦੇ ਦਰ ਤੇ ਦਰਵੇਸ਼ ਹੈਗੇ ਆ, ਹੋਇਆ ਦਰਵੇਸ਼ ਹੈਗੇ, ਮਾਲਕ ਦੇ ਦਰ ਦੇ ਭਗਤ। ਨਾਏ ਸੱਚੇ, ਉਹਨਾਂ ਦੇ ਕੋਲ ਕੀ ਹੈ? ਪਰਮੇਸ਼ਰ ਦਾ ਨਾਮ ਹੈਗਾ, ਪਰਮੇਸ਼ਰ ਦੇ ਨਾਮ ਦੀ ਲਾਲੀ ਬਣੀ ਹੋਈ ਹੈ ਉਹਨਾਂ ਦੇ ਚਿਹਰੇ ਦੇ ਉੱਤੇ, ਨੂਰ ਹੈਗਾ। ਦਰ ਦਰਵੇਸ਼ ਖਸਮ ਦੇ ਨਾਏ ਸੱਚਾ ਬਾਣੀ ਲਾਲੀ, ਉਹਨਾਂ ਦੀ ਬਣਤਰ ਕਿਹੀ ਜੀ ਹੈ? ਕਹਿੰਦੇ ਉਹਨਾਂ ਦੀ ਲਾਲੋ ਲਾ ਲਿਆਓ। ਬਲਵੰਡ ਖੀਮੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ, ਬਲਵੰਡ ਜੀ ਆਖ ਰਹੇ, ਕਹਿੰਦੇ ਉਹਨਾਂ ਦੀ ਜਿਹੜੀ ਹੈਗੀ, ਉਹਨਾਂ ਦੇ ਮਹਿਲ, ਉਹਨਾਂ ਦੇ ਘਰੋਂ ਮਾਤਾ ਖੀਵੀ ਜੀ, ਉਹ ਵੀ ਕਹਿੰਦੇ ਬਹੁਤ ਹੀ ਨੇਕ ਇਸਤਰੀ, ਜਨ ਕਹਿੰਦੇ ਇਸਤਰੀ। ਜਿਸ ਬਹੁਤੀ ਛਾਂ ਪਤਰਾਲੀ, ਕਹਿੰਦੇ ਉਹਨਾਂ ਦੀ ਵੀ ਜਿਹੜੀ ਹੈਗੀ ਸੰਘਣੀ ਛਾਂ ਹੈਗੀ ਪਾਈ, ਉਹਨਾਂ ਤੋਂ ਉਹ ਵੀ ਸੰਗਤ ਦੀ ਸੇਵਾ ਕਰਦੇ ਆ। ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਔਰ ਜਿਵੇਂ ਗੁਰੂ ਅੰਗਦ ਦੇਵ ਜੀ ਦੇ ਲੰਗਰ ਦੇ ਵਿੱਚ ਸ਼ਬਦ ਦੀ ਦੌਲਤ ਵੰਡੀ ਜਾਂਦੀ, ਉਸੇ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਹੈਗੀ ਇਹ ਲੰਗਰ ਦੇ ਵਿੱਚ ਜਿਹੜੇ ਹੈਗੇ ਇਹ ਬਹੁਤ ਹੀ ਜਿਹੜੀ ਹੈਗੀ ਖੀਰ ਜਿਹੜੀ ਹੈਗੀ, ਘਿਓ ਵਾਲੀ ਖੀਰ ਜਿਹੜੀ ਹੈਗੀ ਆ, ਉਹ ਸਵਾਦਿਸ਼ਟ ਜਿਹੜੀ ਹੈਗੀ ਉਹ ਸੰਗਤ ਨੂੰ ਦਿੰਦੇ। ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ, ਕਹਿੰਦੇ ਗੁਰ ਦੇ ਸਿੱਖ ਜਿਹੜੇ ਸੀਗੇ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਆ, ਤੇ ਮਨ ਦੇ ਪਿੱਛੇ ਜਾਣ ਵਾਲੇ ਜਿਹੜੇ ਹੈਗੇ ਉਹ ਤਾਂ ਜਿਹੜੇ ਹੈਗੇ ਪੀਲੇ ਪੈ ਜਾਂਦੇ ਆ ਪਾਏ। ਤਨ ਤੇ ਮਨ ਦੋਨੋਂ ਤ੍ਰਿਪਤ ਹੋ ਰਹੇ ਨੇ ਉੱਥੇ। ਹਾਂ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਕਹਿੰਦੇ ਇਸ ਤਰੀਕੇ ਦੇ ਨਾਲ ਉਸ ਖਸਮ ਦੇ ਨਾਲ, ਮਾਲਕ ਪਰਮਾਤਮਾ ਦੇ ਨਾਲ, ਉਹਦੇ ਦਰ ਦੇ ਉੱਤੇ ਕਬੂਲ ਹੋ ਗਏ। ਮਰਦਾਂ ਵਾਲੀ ਘਾਲ ਜਿਹੜੀ ਹੈਗੀ ਘਾਲੀ ਪਾਈ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੇ ਮਾਨ, ਮਾਤਾ ਖੀਵੀ ਸ਼ੌਸ ਹੋਏ ਜਿਨੇ ਗੋਏ ਉਠਾਲੀ, ਕਹਿੰਦੇ ਮਾਤਾ ਖੀਵੀ ਇਹਨਾਂ ਦੇ ਪਤੀ ਜਿਹੜੇ ਆ, ਸ਼ੌ ਜਿਹੜੇ ਹੈਗੇ, ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਤਾਂ ਜਿਹੜੀ ਹੈਗੀ ਆ ਇਹ ਧਰਤੀ ਜਿਹੜੀ ਗੋਏ ਜਿਹੜੀ ਹੈਗੀ ਆ ਇਹਦੇ ਜੀਵਾਂ ਨੂੰ ਉੱਪਰ ਚੁੱਕਣ ਦੀ ਜ਼ਿੰਮੇਵਾਰੀ ਲੈ ਲਈ, ਧਰਤੀ ਚੁੱਕ ਲਈ। ਜਿਵੇਂ ਹੋਰਿਓ ਗੰਗ ਵਹਾਈਏ ਦੁਨੀਆਈ ਆਖੈ ਕਿ ਕਿਉਂ, ਕਹਿੰਦੇ ਆ ਕੀ ਕਰ ਦਿੱਤਾ ਭਾਈ? ਇਹ ਗੁਰੂ ਨਾਨਕ ਦੇਵ ਜੀ ਨੇ ਕੀ ਕਰ ਦਿੱਤਾ? ਇਹ ਤਾਂ ਗੰਗਾ ਹੀ ਪੁੱਠੀ ਵਹਾਤੀ, ਕਹਿੰਦੇ ਹੋਰੇ ਪਾਸੇ ਨੂੰ ਹੋਰਿਓ ਗੰਗ ਵਹਾਈਆਂ ਦੁਨੀਆਈ ਆਖੇ ਕਿ ਕਿਉਂ, ਦੁਨੀਆ ਵਾਲੇ ਕਹਿੰਦੇ ਆ ਕੀ ਕਰਤਾ? ਇਹ ਲੋਕੀ ਤਾਂ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਕਰਮ ਕਾਂਡ ਕਰ ਰਹੇ, ਤੀਰਥਾਂ ਤੇ ਜਾ ਰਹੇ, ਨਹਾ ਰਹੇ, ਧੋ ਰਹੇ, ਆਹ ਸਾਰਾ ਕੁਛ ਕਰ ਰਹੇ। ਆਹ ਜਿਹੜਾ ਹੈਗਾ ਸ਼ਬਦ ਸੁਰਤ ਦੇ ਨਾਲ ਜਿਹੜਾ ਹੈਗਾ ਇਹ ਹੋਰ ਹੀ ਜਿਹੜੀ ਚਲਾਤੀ ਗੰਗਾ ਇਹਨਾਂ ਨੇ, ਇਹ ਪੁੱਠੀ ਗੰਗਾ ਚਲਾਤੀ ਇਹਨਾਂ ਨੇ, ਕਮਾਲ ਕਰ ਦਿੱਤਾ। ਹੋਰਿਓ ਗੰਗ ਵਹਾਈਏ ਦੁਨੀਆਈ ਆਖੇ ਕਿ ਕਿਉਂ, ਦੁਨੀਆਈ ਆਖਦੀ ਆ ਕੀ ਕੀਤਾ ਜੀ? ਨਾਨਕ ਈਸ਼ਰ ਜਗਨਨਾਥ ਉੱਚ ਹੱਦੀ ਵੈਣ ਵਿਰਕਿਉਨ, ਕਹਿੰਦੇ ਨਾਨਕ ਇਹ ਈਸ਼ਵਰ ਦਾ ਰੂਪ, ਜਗ ਦਾ ਨਾਥ ਪਰਮਾਤਮਾ, ਉਹਦਾ ਰੂਪ, ਇਹਨੇ ਤਾਂ ਐਸੇ ਵੈਣ ਪਾ ਦਿੱਤੇ, ਐਸੀ ਬਾਣੀ ਜਿਹੜੀ ਹੈਗੀ ਬੋਲ ਦਿੱਤੀ, ਐਸੀ ਬਾਣੀ, ਕਹਿੰਦੇ ਉਹ ਤਾਂ ਉੱਚ ਹੱਦੀ, ਉਹਦੀਆਂ ਹੱਦਾਂ ਹੀ ਨਹੀਂ ਹੈਗੀਆਂ, ਇੰਨੀ ਉੱਚੀ ਬਾਣੀ ਦੇ ਦਿੱਤੀ। ਨਾਨਕੇ ਈਸ਼ਰ ਜਗਨਨਾਥ ਉੱਚ ਹੱਦੀ ਵੈਣ ਵਿਰਕਿਉਨ, ਜਿਵੇਂ ਰਿੜ ਕੇ ਮੱਖਣ ਕੱਢਦੇ ਆ, ਕਹਿੰਦੇ ਬਹੁਤ ਹੀ ਉੱਚ ਹੱਦੀ ਵੈਣ ਵਿਰਕ ਦਿੱਤੇ। ਮਾਧਾਣਾ ਪਰਵਤ ਕਰ ਨੇਤਰ ਵਾਸਕ ਸ਼ਬਦ ਰਿੜਕਿਉਣ, ਕਹਿੰਦੇ ਐਨੀ ਮੱਤ ਉੱਚੀ ਮੱਤ, ਮਾਧਾਣਾ ਪਰਵਤ ਜਿੰਨਾ ਮਧਾਣੀ ਲੈ ਕੇ, ਮਾਧਾਣਾ ਪਰਵਤ ਕਰ ਨੇਤਰੇ ਵਾਸਕ ਸ਼ਬਦ ਰਿੜਕਿਉਣ, ਵਾਸਕ ਕਹਿੰਦੇ ਆ ਜਿਹੜਾ ਸ਼ੇਸ਼ ਨਾਗ, ਜਿਹੜਾ ਨਾਗ
ਮਨ ਨੂੰ ਜਿਹੜਾ ਹੈਗਾ ਬਸ ਵਿੱਚ ਕਰਤਾ, ਮਨ ਨੂੰ ਨੇਤਰਾ ਪਾ ਦਿੱਤਾ, ਸ਼ਬਦ ਦੇ ਦੁਆਰਾ ਰਿੜਕ ਦਿੱਤਾ ਮਨ ਨੂੰ। ਮਾਧਾਣਾ ਪਰਵਤ ਕਰ ਨੇਤਰੇ ਵਾਸਕ ਸ਼ਬਦੇ ਰਿੜਕਿਓਨ। ਸ਼ਬਦ ਸੁਰਤ ਦੇ ਨਾਲ ਰਿੜਕਤਾ, ਰਿੜਕਾ ਮਾਰਤਾ ਮਨ ਦੇ ਵਿੱਚੋਂ, ਮਨ ਨੂੰ ਵਸ ਦੇ ਵਿੱਚ ਕਰ ਲਿਆ। ਇਸ ਵਾਸਕ ਨੂੰ ਮਨ ਨਹੀਂ ਵਸ ਹੁੰਦਾ। 14 ਰਤਨ ਨਿਕਾਲਿਅਨ ਕਰੇ ਆਵਾ ਗੌਣ ਚਿਲਕਿਓਨ। ਕਹਿੰਦੇ ਇੰਨੇ ਗਿਆਨ, ਇੰਨਾ ਗਿਆਨ, ਇੰਨੇ ਰਤਨ ਕੀਮਤੀ ਜਿਹੜੇ ਹੈਗੇ ਕੱਢੇ, ਇੰਨੇ ਕੀਮਤੀ ਰਤਨ ਕੱਢ ਕੇ ਤੇ ਸੰਸਾਰ ਦੇ ਲੋਕਾਂ ਨੂੰ ਦੇ ਰਹੇ ਆ। ਆਵਾ ਗੌਣ ਕਹਿੰਦੇ ਆ ਜਿਹੜੇ ਸੰਸਾਰ ਦੇ ਵਿੱਚ ਜੀਵ ਆ ਰਹੇ ਜਾ ਰਹੇ ਮਨੁੱਖੀ ਜੂਨ ਦੇ ਵਿੱਚ, ਉਹਨਾਂ ਦਾ ਜੀਵਨ ਚਮਕਾ ਦਿੱਤਾ ਇਹਨਾਂ ਰਤਨਾਂ ਦੇ ਨਾਲ। ਆ ਗੁਰਬਾਣੀ ਕੀ ਦਿੰਦੀ ਆਪਾਂ ਨੂੰ? ਇਹ ਰਤਨ ਦਿੰਦੀ ਆਪਾਂ ਨੂੰ। ਲੈ ਲਾਂਗੇ ਜੀਵਨ ਚਮਕ ਜਾਏਗਾ ਭਾਈ। 14 ਰਤਨ ਨਿਕਾਲਿਓਨ ਕਰ ਆਵਾ ਗੌਣ ਚਿਲਕਿਓਨ। ਕੁਦਰਤ ਇਹ ਵੇਖਾਲਿਅਨ ਜਿਣੇ ਐਵੜ ਪਿੰਡ ਠਿਣਕਿਓਨ। ਕੁਦਰਤ ਇਹ ਵੇਖਾਲਿਅਨ, ਆ ਦੇਖ ਲਓ ਭਾਈ, ਆ ਕੁਦਰਤ, ਆ ਉਹਨਾਂ ਨੇ ਕਰਕੇ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ। ਕੁਦਰਤ ਇਹ ਵੇਖਾਲਿਅਨ ਜਿਣ ਲਿਆ, ਇਹ ਨੂੰ ਅਹੰਕਾਰ ਨੂੰ ਜਿੱਤ ਲਿਆ। ਕੁਦਰਤ ਇਹ ਵੇਖਾਲਿਅਨ ਜਿਣ ਐਵੜ ਪਿੰਡ ਠਿਣਕਿਓਨ। ਆ ਸਰੀਰ ਜੋ ਮਿਲਿਆ ਸੀਗਾ ਇਹਨੂੰ ਆਪਣੇ ਵਸ ਦੇ ਵਿੱਚ ਕਰ ਲਿਆ। ਕਾਮ ਕ੍ਰੋਧ ਲੋਭ ਅਹੰਕਾਰ ਜਿਹੜੇ ਹੈਗੇ ਪੈਟ ਗਏ। ਕੁਦਰਤ ਇਹ ਵੇਖਾਲਿਅਨ ਜਿਣੇ ਐਵੜ ਪਿੰਡ ਠਿਣਕਿਓਨ। ਠਿਣਕਿਓਨ ਕੀ ਹੁੰਦਾ ਹੈ? ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਗੱਦੀ ਦੇਣ ਤੋਂ ਪਹਿਲਾਂ ਉਹਨਾਂ ਨੂੰ ਟਣਕਾ ਕੇ ਦੇਖਿਆ ਵੀ ਭਾਂਡਾ ਜਿਹੜਾ ਹੈਗਾ ਕਿਹੋ ਜਿਹਾ ਹੈਗਾ, ਕੱਚਾ ਹੈਗਾ ਕਿ ਪੱਕਾ ਹੈਗਾ। ਪੂਰਾ ਟਣਕਾ ਕੇ ਦੇਖਿਆ। ਉਸ ਤੋਂ ਬਾਅਦ ਲੈਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਉਸ ਤੋਂ ਬਾਅਦ ਜਿਹੜਾ ਹੈਗਾ ਗੁਰਗੱਦੀ ਆ ਛਤਰ ਦਿੱਤਾ ਉਹਨਾਂ ਦੇ ਸਿਰ ਤੇ ਧਰਿਆ, ਜਿਹੜਾ ਕਿ ਅਸਮਾਨ ਤੱਕ ਜਿਹੜਾ ਹੈਗਾ ਖਿੱਚਿਆ ਗਿਆ। ਲਹਿਣੇ ਧਰਿਓਨ ਛਤਰ ਸਿਰ। ਕਿਵੇਂ? ਕੁਦਰਤ ਇਹ ਵੇਖਾਲਿਅਨ ਜਿਨ੍ਹਾਂ ਨੇ ਆਪਣੇ ਆਪ ਨੂੰ, ਮਨ ਨੂੰ ਜਿੱਤਿਆ, ਅਹੰਕਾਰ ਨੂੰ ਜਿੱਤਿਆ। ਐਵੜ ਪਿੰਡ ਟਿਣਕਿਓਨ, ਟਿਣਕਾਇਆ ਇਸ ਪਿੰਡੇ ਨੂੰ, ਇਸ ਭਾਂਡੇ ਨੂੰ। ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਮਿਖਿਓਨ ਛਿਕਿਓਨ। ਜੋਤ ਸਮਾਣੀ ਜੋਤ ਮਾਹੇ ਆਪੈ ਸੇਤੀ ਮਿਕਿਓਨ। ਕਹਿੰਦੇ ਜੋਤ ਦੇ ਵਿੱਚ ਜੋਤ, ਆਪਣੀ ਜੋਤ ਸਮਾ ਗਈ। ਆਪ ਜਿਹੜੇ ਆਪਣੇ ਆਪ ਨੂੰ ਉਹਨਾਂ ਦੇ ਮਿਕਿਓਨ ਕਹਿੰਦੇ ਉਹਨਾਂ ਦੇ ਬਰੋਬਰ ਦਾ ਕਰ ਦਿੱਤਾ। ਆਪੇ ਸੇਤੀ ਮਿਕਿਓਨ। ਕੋਈ ਵੀ ਗੇਮ ਹੁੰਦੀ ਕਬੱਡੀ ਵਗੈਰਾ ਦੇ ਵਿੱਚ ਜਿਹੜਾ ਹੈ ਜਦ 2 ਟੀਮਾਂ ਬਣਦੀਆਂ ਤੇ ਉਹਦੇ ਵਿੱਚ ਕਹਿੰਦੇ ਆ ਜਿਹੜੇ ਬਰੋਬਰ ਦੇ ਜਿਹੜੇ ਹੈਗੇ, ਪਹਿਲਾਂ ਜਿਹੜੇ ਹੈਗੇ ਦੋਨਾਂ ਦੇ ਵਿੱਚੋਂ ਸਭ ਤੋਂ ਬਰੋਬਰ ਦੀ ਤਾਕਤ ਵਾਲੇ ਉਹ ਜਿਹੜੇ ਹੈਗੇ ਉਹ ਆਉਂਦੇ ਆਮਣੇ ਸਾਹਮਣੇ 2। ਤੇ ਉਸ ਤੋਂ ਬਾਅਦ ਫਿਰ ਇੱਕ ਜਣਾ ਕਹਿੰਦਾ ਮੈਂ ਆਹ ਪਲੇਅਰ ਲਿਆ, ਤੇ ਦੂਜੇ ਦੀ ਚੁਆਇਸ ਹੁੰਦੀ ਉਹ ਕਹਿੰਦਾ ਮੈਂ ਆ ਲਿਆ, ਫਿਰ ਉਹ ਕਹਿੰਦਾ ਮੈਂ ਆ ਲਿਆ, ਉਹ ਕਹਿੰਦਾ ਮੈਂ ਆ ਲਿਆ। ਇਹਨੂੰ ਕਹਿੰਦੇ ਮਿਕਣਾ। ਜੋਤ ਸਮਾਣੀ ਜੋਤ ਮਾਹੇ ਆਪੈ ਸੇਤੀ ਮਿਕਿਓਨ। ਕਹਿੰਦੇ ਆਪਣੇ ਆਪ ਨੂੰ ਉਹਨਾਂ ਦੇ ਬਰੋਬਰ ਦਾ ਕਰ ਦਿੱਤਾ, ਉਹਨਾਂ ਨੂੰ ਆਪਣੇ ਬਰੋਬਰ ਦਾ ਕਰ ਦਿੱਤਾ। ਆਪਣਾ ਆਪਾ ਉਹਨਾਂ ਦੇ ਵਿੱਚ ਸਮਾ ਦਿੱਤਾ। ਜੋਤ ਸਮਾਣੀ ਜੋਤ ਮਾਹੇ ਆਪੈ ਸੇਤੀ ਮਿਕਿਓਨ। ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੋ ਜੇ ਕਿਉਨ। ਕਹਿੰਦੇ ਕੋਈ ਸਿੱਖਾਂ ਨੂੰ ਥੋੜੀ ਨਾ ਉਹਨਾਂ ਨੇ ਜਿਹੜਾ ਹੈਗਾ ਪਰਖਿਆ ਨਹੀਂ ਹੈ, ਪੁੱਤਰਾਂ ਨੂੰ ਨਹੀਂ ਕੋਖਿਆ ਉਹਨਾਂ ਨੇ ਸਾਰਿਆਂ ਦੇ ਵਿੱਚੋਂ ਜਿਹੜਾ ਲੈਣਾ ਜੀ ਨੂੰ ਕਿਉਂ ਚੁਣ ਲਿਆ ਭਾਈ? ਸਿੱਖਾਂ ਪੁੱਤਰਾਂ ਕੋਖ ਕੇ, ਚੰਗੀ ਤਰ੍ਹਾਂ ਕੋਖ ਕੇ ਸਭ ਉਮਤ, ਸਾਰੀ ਸੰਗਤ, ਸਾਰੀ ਉਮਤ ਦੇਖ ਲਓ ਭਾਈ ਜੇ ਕਿਉਂ ਜੋ ਕੁਛ ਕੀਤਾ ਹੈ ਉਹਨਾਂ ਨੇ। ਇਹਦੇ ਵਿੱਚ ਕਿਹੜੀ ਚੀਜ਼ ਹੈ ਕਮੀ ਦੱਸੋ ਵੀ ਕੀ ਉਹਨਾਂ ਨੇ, ਕਿਹੜੀ ਕਮੀ ਰਹਿ ਗਈ ਇਹਦੇ ਵਿੱਚ? ਸਿੱਖਾਂ ਪੁੱਤਰਾਂ ਕੋਖ ਕੇ ਕਹਿੰਦੇ ਚੰਗੀ ਤਰ੍ਹਾਂ ਕੋਖ ਕੇ, ਦੇਖ ਕੇ, ਪਰਖ ਕੇ, ਕੋਖ ਕੇ ਮਤਲਬ ਪਰਖ ਕੇ, ਸਭ ਉਮਤ ਵੇਖੋ ਜੇ ਕਿਉਂ। ਦੇਖੋ ਭਾਈ ਜੇ ਕੀਤਾ ਹੈ, ਐਵੇਂ ਹੀ ਥੋੜੀ ਨਾ ਦੇ ਗੁਰਗੱਦੀ ਦੇ ਦਿੱਤੀ।
ਜਾਂ ਸੁਦੋਸ ਤਾਂ ਲਹਿਣਾ ਟਿਕਿਓਨ। ਜਦ ਸ਼ੁੱਧ ਹੋ ਲੈਣਾ ਜੀ, ਬਿਲਕੁਲ ਸ਼ੁੱਧ ਨਜ਼ਰ ਆਏ ਉਹਨਾਂ ਨੂੰ, ਤਾਂ ਉਹਨਾਂ ਨੂੰ ਗੁਰਗੱਦੀ ਟਿਕਾਈ ਉਹਨਾਂ ਦੇ ਉੱਤੇ, ਸਿਰ ਦੇ ਉੱਤੇ, ਤਾਂ ਤਾਜ ਦਿੱਤਾ, ਤਾਂ ਇਹ ਛਤਰ ਦਿੱਤਾ। ਜਾਂ ਸੁਦੋਸ, ਸੁਦੋਸ ਮਤਲਬ ਸ਼ੁੱਧਾਂ ਤੋਂ ਸ਼ੁੱਧ ਹੋ ਗਏ, ਜਾਂ ਸੁਦੋਸ਼ ਤਾਂ ਲਹਿਣਾ ਟਿਕਿਓਨ, ਤਾਂ ਜਿਹੜਾ ਹੈਗਾ ਇਹ ਲੈਣਾ ਜੀ ਉਹਨਾਂ ਨੂੰ ਆ ਦਾਤ ਮਿਲੀ, ਆ ਜ਼ਿੰਮੇਵਾਰੀ ਮਿਲੀ। ਫਿਰ ਵਸਾਇਆ ਫੇਰੂ ਆਣ ਸਤਿਗੁਰੇ ਖਡੂਰ। ਫਿਰ ਜਿਹੜਾ ਹੈਗਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਜਦ ਉੱਥੇ ਜਿਹੜਾ ਹੈਗੇ ਫਿਰ ਇਹਨਾਂ ਦੀ ਜਿਹੜਾ ਵਿਰੋਧ ਹੋਣ ਲੱਗ ਪਿਆ, ਤੇ ਫਿਰ ਇਹਨਾਂ ਨੂੰ ਕਿਹਾ ਵੀ ਇੱਥੋਂ ਇਹ ਛੱਡੋ, ਤਾਂ ਇਹ ਜਗ੍ਹਾ ਛੱਡ ਕੇ ਤੇ ਚਲੇ ਜਾਓ। ਖਡੂਰ ਸਾਹਿਬ ਚਲੇ ਗਏ। ਫਿਰ ਵਸਾਇਆ, ਫਿਰ ਖਡੂਰ ਸਾਹਿਬ ਜਿਹੜਾ ਉਹਨਾਂ ਨੇ ਆਬਾਦ ਕੀਤਾ। ਫਿਰ ਵਸਾਇਆ ਫੇਰੂ ਆਣ। ਫੇਰੂ ਆਣ ਕਹਿੰਦੇ ਆ ਫੇਰੂ ਦੇ ਪੁੱਤ ਸੀਗੇ, ਉਹਨਾਂ ਦੇ ਫਾਦਰ ਦਾ ਨਾਮ ਫੇਰੂ ਸੀਗੇ। ਫਿਰ ਵਸਾਇਆ ਫੇਰੂ ਆਣ ਸਤਿਗੁਰੇ ਖਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਕਹਿੰਦੇ ਇਹਨਾਂ ਦੇ ਨਾਲ ਕੀ ਸੀਗਾ, ਇਹਨਾਂ ਦੇ ਕੋਲ ਕੀ ਸੀਗਾ? ਕਹਿੰਦੇ ਜਪ ਤਪ ਸੰਜਮ ਸੀਗਾ ਇਹਨਾਂ ਦੇ ਨਾਲ। ਬਾਕੀਆਂ ਦੇ ਕੋਲ ਕੀ ਸੀਗਾ? ਬਾਕੀਆਂ ਦੇ ਕੋਲ ਮੁੱਚ, ਕਹਿੰਦੇ ਬਹੁਤ ਜ਼ਿਆਦਾ ਘਮੰਡ, ਗਰੂਰ ਉਹ ਸੀਗਾ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਲੱਭ ਵਿਣਾਹੇ ਮਾਨਸਾ ਜਿਉ ਪਾਣੀ ਬੂਰ। ਕਹਿੰਦੇ ਲਾਲਚ ਜਿਹੜਾ ਹੈਗਾ ਲੱਭ, ਲਾਲਚ ਵਿਣਾਹੇ ਕਹਿੰਦੇ ਵਿਨਾਸ਼ ਕਰ ਦਿੰਦਾ ਇਨਸਾਨ ਦਾ। ਮਾਨਸ ਦਾ ਵਿਨਾਸ਼ ਲੱਭ ਕਰਦਾ ਹੈ। ਲਾਲਚ ਖਾਣ ਦਾ ਹੋਏ ਪਦਾਰਥਾਂ ਦਾ, ਜੋ ਵੀ ਲਾਲਚ ਜਿਹੜਾ ਹੈਗਾ ਨਾਸ਼ ਕਰ ਦਿੰਦਾ ਹੈ ਕਹਿੰਦੇ ਇਨਸਾਨ ਨੂੰ। ਮੈਕਸੀਮਮ ਜਿਹੜਾ ਖਾਣ ਦਾ ਲਾਲਚ ਹੁੰਦਾ ਹੈ। ਲੱਭ ਵਿਣਾਹੇ ਮਾਨਸਾ ਜਿਉਂ ਪਾਣੀ ਬੂਰ। ਜਿਵੇਂ ਪਾਣੀ ਜਿਹੜਾ ਹੁੰਦਾ ਹੈ, ਪਾਣੀ ਦੇ ਉੱਤੇ ਜਿਵੇਂ ਜਿਹੜੀ ਹੈ ਕਾਈ ਆ ਜਾਂਦੀ ਹੈ, ਬੂਰ ਆ ਜਾਂਦਾ ਹੈ, ਤੇ ਪਾਣੀ ਪੀਣ ਜੋਗਾ ਨਹੀਂ ਰਹਿੰਦਾ। ਇਸ ਤਰੀਕੇ ਦੇ ਨਾਲ ਲਾਲਚ ਜਿਹਦੇ ਅੰਦਰ ਲੱਭ ਹੈਗਾ ਉਹ ਕਹਿੰਦੇ ਉਹਦਾ ਇਨਸਾਨ ਦਾ ਵਿਨਾਸ਼ ਹੋ ਜਾਂਦਾ। ਲੱਭ ਵਿਣਾਹੇ ਮਾਨਸਾ ਜਿਉਂ ਪਾਣੀ ਬੂਰ। ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਕਹਿੰਦੇ ਗੁਰੂ ਦੀ ਸਾਧ ਸੰਗਤ ਦੇ ਵਿੱਚ, ਦਰਗਾਹ ਦੇ ਵਿੱਚ ਕੀ ਵਰਦਾ ਹੈ? ਕਹਿੰਦੇ ਕੁਦਰਤੀ ਨੂਰ ਵਰਦਾ ਹੈ, ਆਕਾਸ਼ ਤੋਂ, ਅਰਸੋਂ ਕੁਰਸੋਂ ਤੋਂ। ਜਿਤ ਸੋ ਹਾਥ ਨਾ ਲੱਭਈ ਸੋ ਉਹ ਠਰੂਰ। ਕਹਿੰਦੇ ਉਹਦੀ ਗਹਿਰਾਈ ਨਹੀਂ ਪਤਾ ਲੱਗਦੀ, ਗੁਰੂ ਦੀ ਗਹਿਰਾਈ। ਉਹ ਗੁਰੂ ਐਸਾ ਸ਼ਾਂਤੀ ਦਾ ਸੋਮਾ ਹੈਗਾ, ਉਹ ਠਰੂਰ ਹੈਗਾ। ਜਿਸ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ। ਲਹਿਣਾ ਜੀ ਦੇ ਬਾਰੇ ਕਹਿ ਰਿਹਾ, ਤੂੰ ਤਾਂ ਉਹ ਠਰੂਰ ਹੈਗੇ ਹੋ, ਸ਼ਾਂਤ, ਠੰਡਕ। ਨੌ-ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਉਹਨਾਂ ਦੇ ਵਿੱਚ ਕੀ ਹੈ? 9 ਨਿਧੀਆਂ, 18 ਸਿੱਧੀਆਂ ਜਿਸ ਨਾਮ ਦੇ ਵਾਸਤੇ ਆਪਾਂ ਆਏ ਹਾਂ, ਕਹਿੰਦੇ ਉਹ ਤਾਂ ਭਰਪੂਰ ਆ, ਪ੍ਰਗਟ ਆ ਉਹਨਾਂ ਦੇ ਵਿੱਚ, ਭਰਪੂਰ। ਨੌ-ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੇ ਸੋ ਵੰਜੇ ਛੂਰ। ਕਹਿੰਦੇ ਜਿਹੜਾ ਵੀ ਨਿੰਦਾ ਕਰੂਗਾ ਉਹ ਜਿਹੜਾ ਹੈਗਾ ਚੂਰ ਚੂਰ ਹੋ ਜਾਏਗਾ ਭਾਈ, ਉਹਦਾ ਹੰਕਾਰ ਚੂਰੋ ਚੂਰ ਹੋ ਜਾਏਗਾ। ਨੇੜੇ ਦਿਸੇ ਮਾਤ ਲੋਕ ਤੁਧ ਸੁਝੇ ਦੂਰ। ਕਹਿੰਦੇ ਇਹਨਾਂ ਨੂੰ ਜਿਹੜਾ ਹੈਗਾ ਇਹ ਨਿੰਦਾ ਕਰ ਰਿਹਾ, ਇਹਨਾਂ ਨੂੰ ਜਿਹੜਾ ਹੈਗਾ ਹੋਰ ਕਹਿੰਦੇ ਇਹਨਾਂ ਨੂੰ ਤਾਂ ਬਸ ਥੋੜ੍ਹਾ ਦੂਰ ਤੱਕ ਹੀ ਇਹਨਾਂ ਦੀ ਦ੍ਰਿਸ਼ਟੀ ਹੈਗੀ ਭਾਈ, ਥੋੜ੍ਹਾ ਜਿਹਾ ਜਿਹੜਾ ਹੈਗਾ ਆਹੀ ਧਨ ਦੌਲਤ ਇਹਦੇ ਤੱਕ ਹੀ ਇਹਨਾਂ ਦੀ ਸੀਮਿਤ ਹੈਗੀ ਹੈ, ਪਦਾਰਥਾਂ ਤੱਕ। ਤੁਧ ਸੁਝੇ ਦੂਰ, ਤੇ ਤੁਹਾਡੀ ਦ੍ਰਿਸ਼ਟੀ ਬਹੁਤ ਦੂਰ ਤੱਕ ਹੈਗੀ ਆ, ਤੁਹਾਨੂੰ ਦੂਰ ਤੱਕ ਸੁਝਦਾ ਹੈ, ਗਹਿਰਾਈ ਤੱਕ। ਨੇੜੇ ਦਿਸੇ ਮਾਤ ਲੋਕ ਤੁਧ ਸੁਝੇ ਦੂਰ। ਫੇਰ ਵਸਾਇਆ ਫੇਰੂ ਆਣ ਸਤਿਗੁਰੇ ਖਡੂਰ। ਇਹ ਰਿਪੀਟ ਹੋਇਆ। ਕਹਿੰਦੇ ਫਿਰ ਜਿਹੜਾ ਹੈਗਾ ਤਾਂ ਜਿਹੜੇ ਹੈਗੇ ਇਹ ਉੱਥੋਂ ਜਿਹੜੇ ਹੈਗੇ ਕਰਤਾਰਪੁਰ ਤੋਂ ਕਿ ਉੱਥੋਂ ਜਿਹੜੇ ਹੈਗੇ ਉੱਥੇ ਚਲੇ ਗਏ ਖਡੂਰ ਸਾਹਿਬ। ਉੱਥੇ ਉਹਨਾਂ ਨੇ ਖਡੂਰ ਸਾਹਿਬ ਵਸਾਇਆ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਹੁਣ ਇੱਥੇ ਜਿਹੜੇ ਹੈਗੇ ਆ ਗੁਰੂ ਅਮਰਦਾਸ ਜੀ ਦੇ ਬਾਰੇ ਗਿਆਨ ਦੇ ਰਹੇ ਭਾਈ। ਸੋ ਟਿੱਕਾ ਸੋ ਬਹਿਣਾ, ਕਹਿੰਦੇ ਉਹੀ ਦਾ ਉਹੀ ਜਿਹੜਾ ਹੈਗਾ
ਸ਼ਬਦ ਦਾ ਟਿੱਕਾ ਮੱਥੇ ਦੇ ਉੱਤੇ, ਉਹੀ ਟਿੱਕਾ, ਉਹੀ ਸ਼ਬਦ ਸੁਰਤ। ਸੋ ਬਹਿਣਾ ਉਹੀ ਜਿਹੜਾ ਹੈਗਾ, ਜਿਵੇਂ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਸੀਗੇ, ਉਹੀ ਗੁਰਗੱਦੀ। ਉਸੇ ਤਰੀਕੇ ਦੇ ਨਾਲ ਸੰਗਤ ਸੋਈ ਦੀਵਾਨ, ਉਹੀ ਸੰਗਤ। ਪਿਓ ਦਾਦੇ ਜੇਵੇਹਾ ਪੋਤਾ ਪਰਵਾਨ, ਕਹਿੰਦੇ ਪਿਓ ਤੇ ਦਾਦੇ ਵਰਗਾ ਜਿਹੜਾ ਹੈਗਾ ਇਹ ਤਾਂ ਪੋਤਾ ਵੀ ਉਹੇ ਜਿਹਾ ਹੀ ਪਰਵਾਨ ਆ ਭਾਈ। ਇਹ ਵੀ ਮਾਲਕ ਦੇ ਦਰ ਤੇ ਪਰਵਾਨ ਆ, ਜਿਵੇਂ ਗੁਰੂ ਨਾਨਕ ਦੇਵ ਜੀ ਪਿਓ ਤੇ ਗੁਰੂ ਅੰਗਦ ਦੇਵ ਜੀ ਪਿਓ, ਗੁਰੂ ਨਾਨਕ ਦੇਵ ਜੀ ਦਾਦਾ ਜੀ ਤੇ ਗੁਰੂ ਅਮਰਦਾਸ ਜੀ ਕਹਿੰਦੇ ਤਾਂ ਪੋਤਾ ਵੀ ਪਰਵਾਨ ਆ ਭਾਈ, ਉਸੇ ਫੈਕਟਰੀ ਚੋਂ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਮਤਲਬ ਉਹਨਾਂ ਦੇ ਵਰਗਾ ਹੀ ਪੋਤਾ ਪਰਵਾਨ, ਇਹ ਵੀ ਗੁਰੂ ਆ ਭਾਈ। ਜਿਹਨੇ ਬਾਸ, ਇਹ ਦੇਖੋ ਕੀ ਕਲੈਰਿਟੀ ਹੈ ਜੀ ਇਹਦੇ ਚ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਹਾਂ, ਇਹ ਹੈ ਪਿਓ ਦਾਦਾ ਜਿਹੜਾ ਹੈਗਾ ਖਜ਼ਾਨਾ। ਹਾਂ, ਜਿਹਨੇ ਬਾਸਕ ਨੇਤਰੈ ਕਥਿਆ, ਪਿਓ ਦਾ ਮਤਲਬ ਗੁਰੂ ਨਾਨਕ ਸਾਹਿਬ, ਦਾਦੇ ਦਾ ਦਾਦਾ ਗੁਰੂ ਨਾਨਕ ਦੇਵ ਜੀ ਤੇ ਪਿਓ ਜਿਹੜੇ ਹੈਗੇ ਗੁਰੂ ਅੰਗਦ। ਹਾਂਜੀ। ਜਿਹਨੇ ਬਾਸਕ ਨੇਤਰੈ ਕਥਿਆ ਕਰ ਨਹੀਂ, ਤਾਂ ਇਹ ਜਿਹੜਾ ਹੈ ਨਾ, ਇਹ ਆਪਣੇ ਜਿਹੜੇ ਹੈਗੇ, ਆਪਾਂ ਜਨਮ ਹੀ ਗੁਰੂ ਘਰ ਚ ਲਿਆ ਹੈ ਭਾਈ। ਪਹਿਲੀ ਨੂੰ ਤਾਂ ਗਿਣਦੇ ਹੀ ਨਹੀਂ ਹੈ। ਇੱਥੇ ਜਨਮ ਜਿਹੜਾ ਹੈਗਾ, ਜਨਮ ਹੀ ਇੱਥੇ ਜਦ ਜ਼ਿਆਦਾ ਭਗਤੀ ਕਰਨ ਲੱਗੇ, ਜਦ ਸਹੀ ਰਸਤੇ ਤੇ ਤੁਰ ਪਏ ਆ ਤਾਂ ਜਨਮ ਹੋਇਆ। ਬਾਕੀ ਤਾਂ ਆਪਣਾ ਲੇਖੇ ਚ ਹੀ ਨਹੀਂ ਹੈ ਜੋ ਜੀਵਨ ਆਪਾਂ ਨੇ ਗੁਜ਼ਾਰਿਆ। ਇਹ ਨਵਾਂ ਜਨਮ ਹੈ। ਹਾਂ, ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਇਹ ਸਤਿਗੁਰੂ ਦੇ ਘਰ ਦੇ ਵਿੱਚ ਜਨਮ ਹੋਇਆ ਭਾਈ। ਇਹ ਪਿਓ ਦਾਦੇ ਦਾ ਵੀਰ ਜੀ ਕਿਸ ਤਰ੍ਹਾਂ ਦੱਸਿਆ ਤੁਸੀਂ? ਉਹਨਾਂ ਦੇ ਦੇਖੋ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਹੈਗੇ, ਉਹਨਾਂ ਦਾ ਗੁਰੂ ਕੌਣ ਸੀਗੇ? ਗੁਰੂ ਨਾਨਕ ਦੇਵ ਜੀ। ਉਹ ਉਹਨਾਂ ਦੇ ਇਹ ਗੁਰੂ ਅਮਰਦਾਸ ਜੀ ਦੇ ਉਹ ਦਾਦਾ ਜੀ ਬਣ ਗਏ, ਫਿਰ ਪਿਓ ਬਣ ਗਏ ਗੁਰੂ ਅਮਰਦਾਸ ਜੀ ਦਾ ਸ਼ੁਰੂ ਹੋਇਆ ਜੀ। ਗੁਰੂ ਅਮਰਦਾਸ ਜੀ ਦੀ ਗੱਲ ਜੀ, ਗੁਰੂ ਅੰਗਦ ਦੇਵ ਜੀ ਦੇ ਪਿਓ ਹੋ ਗਏ ਨਾ ਜੀ ਗੁਰੂ ਨਾਨਕ ਦੇਵ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਅੱਗੇ ਦਿੱਤਾ। ਅੱਗੇ ਉਹ ਦਾਦਾ ਹੋ ਗਏ, ਉਹਨਾਂ ਦਾ ਪੋਤੇ ਹੋ ਗਏ ਗੁਰੂ ਅਮਰਦਾਸ ਜੀ। ਕਹਿਣ ਦਾ ਮਤਲਬ ਉਹ ਫਿਜ਼ੀਕਲ ਫਾਰਮ ਨਹੀਂ। ਹਾਂ, ਫਿਜ਼ੀਕਲ ਨਹੀਂ ਹੈਗਾ, ਫਿਜ਼ੀਕਲ ਗੱਲ ਨਹੀਂ ਹੋ ਰਹੀ। ਇਹ ਉਹਨਾਂ ਦੀ ਵੀ ਚੱਲ ਰਹੀ ਆ ਜੀ, ਹਲੇ ਤਾਂ ਬਾਬਾ ਲੈਣਾ ਜੀ ਦੀ। ਨਹੀਂ, ਇਹ ਗੁਰੂ ਅਮਰਦਾਸ ਜੀ ਦੀ ਸ਼ੁਰੂ ਹੋ ਗਈ ਹੁਣ ਇੱਥੋਂ। ਹਾਂਜੀ, ਗੁਰੂ ਅਮਰਦਾਸ ਜੀ ਦੀ ਸ਼ੁਰੂ ਹੋ ਗਈ। ਇੱਥੇ ਕਨਫਿਊਜ਼ਨ ਆ ਰਿਹਾ ਸੀ, ਗੁਰੂ ਅਮਰਦਾਸ ਜੀ ਦੀ ਸ਼ੁਰੂ ਹੋਈ ਹੈ ਹੁਣ। ਇੱਥੋਂ ਹੀ ਕਹਿ ਰਹੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਕਹਿੰਦੇ ਬਿਲਕੁਲ ਉਹੀ ਸ਼ਬਦ ਸੁਰਤ ਜਿਹੜੀ ਹੈਗੀ, ਉਹੀ ਉਚਾਈ, ਉਹੀ ਬੈਠਕ, ਔਰ ਉਸੇ ਤਰੀਕੇ ਦੇ ਨਾਲ ਸਾਧ ਸੰਗਤ ਜਿਹੜੀ ਹੈਗੀ ਉਹਨਾਂ ਨੂੰ ਧਾਰ ਰਹੇ, ਉਹਨਾਂ ਨੂੰ ਗਿਆਨ ਦੇ ਰਹੇ। ਪਿਓ ਦਾਦੇ ਜੇਵੇਹਾ ਪੋਤਾ ਪਰਵਾਨ, ਕਹਿੰਦੇ ਪਿਓ ਦਾਦੇ ਵਰਗਾ ਤਾਂ ਪੋਤਾ ਵੀ ਪਰਵਾਨ ਹੀ ਆ ਭਾਈ। ਜਿਹਨੇ ਬਾਸਕ ਨੇਤਰੇ, ਕਿਵੇਂ ਪਹੁੰਚੇ? ਕਹਿੰਦੇ ਕੀ ਕੀਤਾ ਉਹਨਾਂ ਨੇ? ਜਿਹਨੇ ਬਾਸਕ ਨੇਤਰੇ ਘਤਿਆ, ਬਾਸਕ ਕਹਿੰਦੇ ਆ ਇਹ ਨਾਗ, ਫਨੀਅਰ ਨਾਗ, ਜਿਹੜਾ ਮਨ, ਇਹਨੂੰ ਨੇਤਰਾ ਪਾ ਲਿਆ। ਕਹਿੰਦੇ ਘੱਤ ਤਾਂ ਨੇਤਰਾ ਪਾਤਾ ਇਹਨੂੰ ਜਿਹੜਾ ਰੱਸੀ ਪਾਤੀ, ਮਨ ਨੂੰ ਵਸ ਕਰ ਲਿਆ। ਕਰ ਨਹੀਂ ਤਾਣ, ਨਹੀਂ ਕਹਿੰਦੇ ਆ ਉਹਦੀ ਜਿਹਦੇ ਨਾਲ ਦੁੱਧ ਰਿੜਕਦੇ ਆ, ਕਹਿੰਦੇ ਤਾਣ, ਉਹ ਪਾਵਰ, ਧਿਆਨ ਸਿਮਰਨ ਦੀ, ਭਗਤੀ ਕਰਨ ਦੀ, ਮਨ ਨੂੰ ਖੜਾ ਕਰ ਲਿਆ, ਮਨ ਨੂੰ ਬਸ ਚ ਕਰ ਲਿਆ, ਮਨ ਨੂੰ ਨੇਤਰਾ ਪਾ ਦਿੱਤਾ ਇਸ ਨਾਗ ਨੂੰ, ਤਾਂ ਜਿਹੜਾ ਹੈਗਾ ਪੋਤਰਾ ਪਰਵਾਨ ਹੋਇਆ ਭਾਈ। ਜਿਹਨੇ ਬਾਸਕ ਨੇਤਰੇ ਘਤਿਆ ਕਰ ਨਹੀਂ ਤਾਣ, ਜਿਹਨੇ ਸਮੁੰਦ ਵਿਰੋਲਿਆ ਕਰ ਮੇਰ ਮਧਾਣ। ਕਹਿੰਦੇ ਇਸ ਤਰ੍ਹਾਂ ਗਿਆਨ ਜਿਹੜਾ ਹੈਗਾ, ਇਹ ਗੁਰੂ ਤੋਂ, ਪਿਓ ਤੇ ਦਾਦੇ ਤੋਂ ਗਿਆਨ ਲੈ ਕੇ ਸਮੁੰਦਰ ਨੂੰ ਵਿਰੋਲ, ਸਰੀਰ ਸਮੁੰਦ ਵਿਰੋਲਿਆ, ਇੱਕ ਵਸਤ ਅਨੂਪ ਦਿਖਾਏ, ਗੁਰ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਕਹਿੰਦੇ ਵਿਰੋਲ ਦਿੱਤਾ ਇਹਨੂੰ, ਸਮੁੰਦਰ ਨੂੰ ਰਿੜਕ ਦਿੱਤਾ। ਕਰ ਮੇਰ ਮਧਾਣ, ਕਹਿੰਦੇ ਉਹ ਗਿਆਨ ਲੈ ਕੇ ਉਹਦੀ ਮਧਾਣੀ ਜਿਹੜੀ ਹੈ, ਮਧਾਣੀ, ਮੇਰ ਪਰਵਤ ਕਹਿੰਦੇ, ਉਹ ਮਧਾਣੀ ਗਿਆਨ ਦੀ ਲੈ ਕੇ ਉਹਦੇ ਨਾਲ ਰਿੜਕਦਾ ਗੁਰੂ ਦੀ ਮੱਤ ਦੇ ਨਾਲ। 14 ਰਤਨ ਨਿਕਾਲਿਓਨ ਕੀਤੋਂ ਚਾਨਾਣ। ਦੇਖੋ ਫਿਰ ਉਹਨਾਂ ਨੇ, ਦੇਵਤਿਆਂ ਨੇ, ਰਾਖਸ਼ਾਂ ਨੇ ਮਿਲ ਕੇ ਸਮੁੰਦਰ ਦਾ ਮੰਥਨ ਕੀਤਾ ਸੀ, ਸੇਮ ਚੀਜ਼ ਲੈ ਕੇ। ਕਹਿੰਦੇ ਆਹ ਜਿਹੜਾ ਸਰੀਰ ਸਮੁੰਦਰ ਦਾ ਮੰਥਨ ਕੀਤਾ, ਇਹਦੇ ਵਿੱਚੋਂ 14 ਰਤਨ ਕੱਢ ਦਿੱਤੇ। ਕਹਿੰਦੇ ਇਹ ਸਤ ਸੰਤੋਖ ਦਇਆ ਧਰਮ ਤੀਰਥ, ਆਹ ਰਤਨ ਕੱਢ ਕੇ ਚਾਨਣ ਕਰ ਦਿੱਤਾ ਸੰਸਾਰ ਦੇ ਵਿੱਚ, ਲੋਕਾਂ ਨੂੰ ਦੇ ਕੇ ਉਹਨਾਂ ਦੇ ਦਿਲਾਂ ਦੇ ਵਿੱਚ, ਉਹਨਾਂ ਦੇ ਅੰਦਰ ਚਾਨਣ ਕਰਤਾ।
14 ਰਤਨ ਨਿਕਾਲਿਓਨ ਈਤੋਨ ਚਾਨਾਣ। ਆ ਦੇਖੋ ਆ ਵਾਰ ਹੈਗੀ ਭਾਈ, ਭੇਦ ਖੋਲ ਦਿੱਤਾ। ਹਾਂ, ਇੰਨੀ ਉਚਾਈ ਹੈ ਦੇਖੋ ਆ ਸ਼ਬਦਾਂ ਦੇ ਵਿੱਚ। ਇਹਨਾਂ ਦੇ ਬਾਰੇ ਸਾਖੀ ਲਾਈ ਹੋਈ ਹੈ, ਕਿਸ ਤਰ੍ਹਾਂ ਦੀ ਸਾਖੀ ਲਾਈ ਹੈ ਭਾਈ। 14 ਰਤਨ ਨਿਕਾਲਿਓਨ ਕੀਤੋਨ ਚਾਨਾਣ, ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ। ਕਹਿੰਦੇ ਸਹਿਜ ਦਾ ਘੋੜਾ, ਐਸੀ ਯਾਤਰਾ ਹੁਣ ਜਿਹੜੀ ਹੈਗੀ ਆ, ਕਹਿੰਦੇ ਸਹਿਜ ਦਾ ਘੋੜਾ ਹੋ ਗਿਆ ਉਹਨਾਂ ਦੇ ਕੋਲ, ਸਹਿਜ ਦਾ ਘੋੜਾ ਹੋ ਗਿਆ, ਜਾ ਰਿਹਾ ਸਿੱਧਾ ਜਿਹੜਾ ਹੈਗਾ ਉਹ ਭਗਤੀ ਕਰ ਰਿਹਾ, ਚੜ੍ਹਾਈ ਉੱਪਰ ਨੂੰ ਹੋ ਰਹੀ ਹੈ। ਜਤ ਕੀਓ ਪਲਾਣ, ਉਹਦੇ ਘੋੜੇ ਦੇ ਉੱਤੇ ਕਾਠੀ ਕਹੀ ਦੀ ਹੈ, ਕਹਿੰਦੀ ਜਤ ਦੀ ਕਾਠੀ ਹੈ, ਸਾਰੀਆਂ ਸੈਂਸਿਸ ਵਸ ਦੇ ਵਿੱਚ ਹੈਗੀਆਂ। ਆ ਕਾਠੀ ਪਾਈ ਹੋਈ ਹੈ ਮਨ ਰੂਪੀ ਘੋੜੇ ਦੇ ਉੱਤੇ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ, ਤਣਕ ਚੜਾਇਓ ਸੱਤ ਦਾ ਔਰ ਸੱਚੇ ਆਚਰਣ ਦਾ ਧਨੁਖਿਆ ਉਹਨਾਂ ਦੇ ਕੋਲ। ਇਸ ਤਰੀਕੇ ਦੇ ਨਾਲ ਉਹ ਤੀਰ ਮਾਰਦੇ ਆ। ਜਸ ਹੰਦਾ ਬਾਣ, ਬਾਣ ਕਿਹੜੇ, ਤੀਰ ਕਿਹੜੇ ਮਾਰਦੇ ਆ, ਕਹਿੰਦੇ ਪਰਮੇਸ਼ਰ ਦੀ ਭਗਤੀ ਦੇ ਤੀਰ ਮਾਰਦੇ ਆ, ਜਸ ਦੇ ਤੀਰ ਮਾਰਦੇ ਆ। ਆਇਆ ਉਹਨਾਂ ਦੇ ਕੋਲ ਬਾਣ, ਜਸ ਹੰਦਾ, ਆ ਹੈ ਬਾਣ। ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਬਾਣ। ਕਹਿੰਦੇ ਕਲ ਯੁੱਗ ਦੇ ਵਿੱਚ, ਕਲਾ ਦੇ ਯੁੱਗ ਦੇ ਵਿੱਚ, ਸੰਸਾਰ ਦੇ ਵਿੱਚ ਘੋਰ ਅੰਧੇਰਾ ਸੀਗਾ। ਕਹਿੰਦੇ ਐਸਾ ਸੂਰਜ ਚੜ ਗਿਆ ਭਾਈ, ਐਸਾ ਚੜ ਗਿਆ ਸੂਰਜ ਗਿਆਨ ਦਾ। ਸੱਤੋ ਖੇਤ ਜਮਾਇਓ ਸੱਤੋ ਛਾਵਾਣ, ਐਸਾ ਸੱਤ ਦਾ ਖੇਤ ਜਿਹੜਾ ਹੈਗਾ ਜਮਾ ਦਿੱਤਾ ਭਾਈ। ਖੇਤੀ, ਧਿਆਨ ਦੀ ਨਾਮ ਦੀ ਖੇਤੀ ਐਸੀ ਜੰਮ ਗਈ ਖੇਤੀ। ਸੱਤੋ ਛਾਵਾਣ, ਔਰ ਖੇਤੀ ਨੂੰ ਜਿਹੜਾ ਹੈਗਾ ਉਹਦੀ ਰੱਖਿਆ ਕਰਨ ਵਾਸਤੇ ਉਹਨੂੰ ਜਿਹੜਾ ਹੈਗਾ ਉਹਦੀ ਸੱਤ ਦਾ ਹੀ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਉਹਨੂੰ ਸੱਤ ਦੇ ਨਾਲ ਹੀ ਜਿਹੜਾ ਹੈਗਾ ਉਸ ਖੇਤੀ ਨੂੰ ਬਚਾਇਆ, ਛਾਂ ਕਰ ਦਿੱਤੀ। ਸੱਤੋ ਖੇਤ ਜਮਾਇਓ ਸੱਤੋ ਛਾਵਾਣ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਔਰ ਰਸੋਈ ਦੇ ਵਿੱਚ ਕਹਿੰਦੇ ਆ ਗੁਰੂ ਅਮਰਦਾਸ ਜੀ ਦੀ ਰਸੋਈ ਦੇ ਵਿੱਚ ਕੀ ਹੈ, ਕਹਿੰਦੇ ਘਿਓ ਮੈਦਾ। ਇਹਨਾਂ ਦੀ ਰਸੋਈ ਦੇ ਵਿੱਚ ਵੀ ਹੈਲਦੀ ਖੁਰਾਕ ਮਿਲਦੀ ਸੀਗੀ। ਚਾਰੇ ਕੁੰਡਾਂ ਸੁਜੀਅਸ ਮਨ ਮੈਂ ਸ਼ਬਦ ਪਰਵਾਣ। ਚਾਰੋਂ ਪਾਸੇ ਜਿਹੜਾ ਹੈਗਾ, ਚਾਰੋਂ ਪਾਸੇ ਦੇ ਵਿੱਚ ਜਿਹੜਾ ਹੈਗਾ ਚਾਰੇ ਕੁੰਡਾਂ ਸੁਜੀਅਸ, ਉਹ ਮਾਲਕ ਪਰਮਾਤਮਾ ਹਰ ਜਗ੍ਹਾ ਤੇ ਹੈਗਾ। ਚਾਰੋਂ ਪਾਸੇ ਪੂਰਾ ਦਾ ਪੂਰਾ ਗਿਆਨ ਇਹਨਾਂ ਨੂੰ ਆ ਗਿਆ। ਮਨ ਮੈਂ ਸ਼ਬਦ ਪਰਵਾਣ, ਮਨ ਦੇ ਵਿੱਚ ਸ਼ਬਦ ਆ ਪਰਵਾਣ ਆ। ਮਾਲਕ ਦੇ ਦਰ ਤੇ ਆਹੀ ਸ਼ਬਦ ਸੁਰਤ ਦੀ ਖੇਡ, ਆਹੀ ਪਰਵਾਣ ਆ ਭਾਈ। ਇਹਦੇ ਨਾਲ ਹੀ ਜਿਹੜਾ ਹੈਗਾ ਆਪਣੀ ਗਤੀ ਰੁਕ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈਗਾ। ਚਾਰੇ ਕੁੰਡਾਂ ਦੇ ਵਿੱਚ ਹਰ ਪਾਸੇ ਹਰੇਕ ਦੇ ਅੰਦਰ, ਧਰਤ ਪਤਾਲ ਆਕਾਸ਼ ਦੇ ਅੰਦਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਸੋਝੀ ਹੋ ਜਾਂਦੀ। ਚਾਰੇ ਕੁੰਡਾਂ ਸੁਜੀਅਸ ਮਨ ਮੈਂ ਸ਼ਬਦ ਪਰਵਾਣ, ਆਵਾ ਗਵਣ ਨਿਵਾਰਿਓ ਕਰ ਨਦਰੇ ਨਿਸ਼ਾਨ। ਆਇਆ ਮਾਲਕ ਦੀ ਨਜ਼ਰ, ਆਇਆ ਨਿਸ਼ਾਨ, ਇਹਦੇ ਨਾਲ ਜਿਹੜਾ ਹੈਗਾ ਆਵਾ ਗਵਣ ਨਿਵਾਰ ਦਿੱਤਾ। ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ। ਕਹਿੰਦੇ ਇਹ ਤਾਂ ਅਵਤਾਰ ਪੈਦਾ ਹੋ ਗਿਆ ਭਾਈ, ਅਵਤਾਰ ਉੱਤਰ ਆਇਆ। ਸੋ ਕੌਣ ਉੱਤਰ ਆਇਆ ਅਵਤਾਰ ਲੈ ਕੇ? ਅਵਤਰਿਆ ਅਵਤਾਰ ਲੈ, ਕੌਣ ਅਵਤਰ ਗਿਆ, ਕੌਣ ਅਵਤਾਰ ਲੈ ਕੇ ਆ ਗਿਆ? ਸੋ ਪੁਰਖ ਸੁਜਾਨ। ਕਹਿੰਦੇ ਉੱਥੋਂ ਮਾਲਕ ਪਰਮਾਤਮਾ ਹੀ ਲੱਗਦਾ, ਉਹੀ ਅਵਤਾਰ ਲੈ ਕੇ ਆ ਗਿਆ। ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ। ਕਹਿੰਦੇ ਮਾਇਆ ਦੇ ਦੁਨੀਆ ਸੰਸਾਰ ਦੇ ਜਿਹੜੇ ਪਦਾਰਥਾਂ ਦੇ ਇੰਨੇ ਝੱਖੜ ਵਾਹ ਚੱਲਦੇ ਆ, ਕਹਿੰਦੇ ਨਹੀਂ ਡੋਲਦਾ ਪਾਏ। ਪਰਬਤ ਵਾਂਗੂ ਹੈਗਾ, ਮੇਰ ਪਰਬਤ ਵਾਂਗੂ। ਮਜਾ ਲਿਆ ਕੋਈ ਇਹਨੂੰ ਡੋਲਾ ਸਕੇ। ਜਾਣੇ ਬਿਰਥਾ ਜੀ ਕੀ ਜਾਣੀ ਹੂੰ ਜਾਣ। ਕਹਿੰਦੇ ਤਾਂ ਹਰੇਕ ਦੇ ਜੀ ਦੀ ਬਿਰਥਾ ਜਾਣਦਾ ਹੈ, ਔਰ ਅੰਦਰ ਦੀ ਜਾਣਨ ਵਾਲਾ ਹੈ। ਜਾਣੀ ਹੂੰ ਜਾਣ, ਹਰ ਗੱਲ ਨੂੰ ਸਮਝਦਾ ਹੈ। ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ। ਹੇ ਗੁਰੂ ਅਮਰਦਾਸ ਜੀ, ਸੱਚੇ ਪਾਤਸ਼ਾਹ ਜੀ, ਮੈਂ ਕੀ ਤੁਹਾਡੀ ਉਸਤਤ ਕਰ ਸਕਦਾ ਹਾਂ? ਤੁਸੀਂ ਤਾਂ ਸੁਗੜ ਹੋ, ਸਭ ਕੁਝ ਜਾਣਨ ਵਾਲੇ ਹੋ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਮਹਾਰਾਜ ਜੀ, ਜੋ ਤੁਹਾਨੂੰ ਚੰਗਾ ਲੱਗਦਾ ਆ, ਦਾਨ ਜੇ ਸਤਿਗੁਰ ਭਾਵ ਸੀ, ਜੋ ਤੁਹਾਨੂੰ ਚੰਗਾ ਲੱਗਦਾ ਹੈ ਮੇਰੇ ਵਰਗੇ ਵਾਸਤੇ ਜਿਹੜਾ ਹੈਗਾ, ਮੈਨੂੰ ਉਹੀ ਦਿਓ।
ਜੋ ਤੁਹਾਨੂੰ ਚੰਗਾ ਲੱਗਦਾ ਹੈ ਮੈਨੂੰ ਉਹੀ ਦਿਓ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਮੇਰਾ ਸੱਤੇ ਦਾ ਦਾਨ ਤਾਂ ਉਹੀ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ। ਮੇਰੀ ਤਾਂ ਚੌੜੀ ਅੱਡੀ ਹੈ, ਪਾ ਦਿਓ। ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ। ਆਇਆ ਭਾਈ, ਉਹਨਾਂ ਦੇ ਸਿਰ ਦੇ ਉੱਤੇ ਆ ਛਤਰ ਹੈਗਾ ਭਾਈ, ਮਾਲਕ ਪਰਮਾਤਮਾ ਦਾ। ਪਰਮਾਤਮਾ ਵੱਲੋਂ ਉਮਤ ਜਿਹੜੀ, ਸੰਗਤ ਜਿਹੜੀ ਹੈਰਾਨ ਹੋ ਜਾਂਦੀ ਹੈ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਉਹੀ ਮੱਥੇ ਤੇ ਸ਼ਬਦ ਦਾ ਟਿੱਕਾ, ਉਹੀ ਬਹਿਣਾ ਔਰ ਉਹੀ ਦੀਵਾਨ। ਉਸੇ ਤਰੀਕੇ ਦੇ ਨਾਲ ਸੰਗਤ ਦੇ ਜਿਹੜੇ ਹੈਗੇ ਆ, ਸੰਗਤ ਨੂੰ ਜਿਹੜਾ ਹੈਗਾ ਪਰਮੇਸ਼ਰ ਦੇ ਨਾਲ ਜੋੜਨਾ। ਪਿਓ ਦਾਦੇ ਜਿਵੇਹਾ ਪੋਤਰਾ ਪਰਵਾਨ। ਪਿਓ ਦਾਦੇ ਵਰਗਾ ਪੋਤਰਾ ਇਸ ਤਰ੍ਹਾਂ ਪਰਵਾਨ ਸੀਗਾ। ਹੁਣ ਜਿਹੜਾ ਹੈਗਾ ਚੌਥੀ ਪਾਤਸ਼ਾਹੀ ਦੇ ਵਾਸਤੇ ਪੌੜੀ ਆ ਗਈ। ਧੰਨ ਧੰਨ ਰਾਮਦਾਸ ਗੁਰ ਜਿਨੇ ਸਿਰਿਆ ਤਿਨੇ ਸਵਾਰਿਆ। ਕਹਿੰਦੇ ਧੰਨਿਆ ਧੰਨਿਆ ਰਾਮਦਾਸ ਗੁਰੂ ਜੀ, ਤੁਹਾਨੂੰ ਜਿਸ ਮਾਲਕ ਨੇ ਪੈਦਾ ਕੀਤਾ ਹੈ ਉਸੇ ਮਾਲਕ ਨੇ ਤੁਹਾਨੂੰ ਸਵਾਰਿਆ ਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਕਹਿੰਦੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਬਈ ਪੂਰਾ ਚਮਤਕਾਰ ਹੀ ਹੋ ਗਿਆ, ਪੂਰਾ ਦਾ ਪੂਰਾ। ਉਸ ਮਾਲਕ ਸਿਰਜਣਹਾਰੇ ਨੇ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ। ਤੁਹਾਡੇ ਰੂਪ ਦੇ ਵਿੱਚ ਉਹ ਸਿਰਜਣਹਾਰ ਮਾਲਕ ਪਰਮਾਤਮਾ ਆਪ ਹੀ ਆ ਗਿਆ। ਪੂਰੀ ਹੋਈ ਕਰਾਮਾਤ, ਇਹ ਤਾਂ ਚਮਤਕਾਰ ਹੋ ਗਿਆ, ਪੂਰਾ ਚਮਤਕਾਰ ਹੋ ਗਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ ਤੇ ਸੰਗਤਾਂ ਨੇ ਪਰਮੇਸ਼ਰ ਦਾ ਰੂਪ ਸਮਝ ਕੇ ਨਮਸਕਾਰ ਕੀਤੀ, ਝੁਕ ਗਏ, ਉਹਨਾਂ ਤੋਂ ਗਿਆਨ ਲਿਆ। ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ। ਕਹਿੰਦੇ ਤੂੰ ਤਾਂ ਅਟਲ ਹੈ, ਥਾ ਨਹੀਂ ਪਾਈ ਜਾ ਸਕਦੀ, ਤੋਲਿਆ ਨਹੀਂ ਜਾ ਸਕਦਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਤਾਂ ਪਰੇ ਤੋਂ ਪਰੇ ਹੈਗਾ ਹੈ। ਜਿਨੀ ਤੂੰ ਸੇਵਿਆ ਭਾਵ ਕਰ ਸੋ ਤੁਧ ਪਾਰ ਉਤਾਰਿਆ। ਜਿਨ੍ਹਾਂ ਨੇ ਵੀ ਤੇਰੇ ਕੋਲੋਂ ਭਾਵਨਾ ਦੇ ਨਾਲ ਜਿਹੜਾ ਹੈਗਾ ਗਿਆਨ ਲੈ ਕੇ ਔਰ ਉਹ ਕੰਮ, ਉਹ ਸੇਵਾ ਕੀਤੀ, ਉਸ ਨੂੰ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੱਤਾ। ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਔਰ ਲਭ ਲੋਭ ਕਾਮ ਕ੍ਰੋਧ ਮੋਹ, ਲੋਭ ਮੋਹ, ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਔਗੁਣ ਜਿਹੜੇ ਹੈਗੇ ਤੁਸੀਂ ਸਾਰਿਆਂ ਨੂੰ ਪਰਿਵਾਰ ਸਮੇਤ ਸਾਰਿਆਂ ਨੂੰ ਕੱਢ ਦਿੱਤਾ। ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ। ਕਹਿੰਦੇ ਧੰਨਿਆ ਤੁਹਾਡਾ ਥਾਨ ਤੇ ਧੰਨਿਆ ਤੁਹਾਡੀ ਆ ਜਿਹੜੀ ਪੈਸਕਾਰਾ, ਜਿਹੜੀ ਤੁਹਾਡੀ ਸਾਧ ਸੰਗਤ ਸੱਚ ਹੈ। ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ। ਤੁਹਾਡਾ ਪੈਸਕਾਰਾ, ਤੁਹਾਡੀ ਸੰਗਤ ਆ ਧੰਨਿਆ ਭਾਈ, ਸੱਚ ਹੈ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਕਹਿੰਦੇ ਨਾਨਕ ਵੀ ਤੁਸੀਂ ਹੋ, ਲੈਣਾ ਵੀ ਤੁਸੀਂ ਹੋ, ਗੁਰ ਅਮਰ ਵੀ ਤੁਸੀਂ ਹੋ। ਮੈਂ ਤਾਂ ਆ ਵਿਚਾਰਿਆ। ਗੁਰ ਡਿੱਠਾ ਤਾਂ ਮਨ ਸਦਾਰਿਆ। ਕਹਿੰਦੇ ਕੋਈ ਫਰਕ ਨਹੀਂ ਹੈ ਉਹਨਾਂ ਦੇ ਨਾਨਕ ਜੀ ਦੇ ਵਿੱਚ ਜਾਂ ਲਹਿਣਾ ਜੀ ਦੇ ਵਿੱਚ ਜਾਂ ਗੁਰੂ ਅਮਰਦਾਸ ਜੀ ਦੇ ਵਿੱਚ। ਗੁਰ ਡਿੱਠਾ ਤਾਂ ਮਨ ਸਦਾਰਿਆ। ਜਿਨੇ ਵੀ ਗੁਰੂ ਨੂੰ ਦੇਖ ਲਿਆ, ਡਿੱਠ ਲਿਆ, ਜਿਨੇ ਵੀ ਗੁਰੂ ਦੀ ਸੰਗਤ ਕਰ ਲਈ, ਜਿਸਨੇ ਵੀ ਗੁਰੂ ਦੀ ਗੱਲ ਮੰਨ ਲਈ, ਜਿਸਨੇ ਵੀ ਗੁਰੂ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾ ਲਿਆ, ਉਹਦੇ ਮਨ ਨੂੰ ਆਸਰਾ ਮਿਲ ਜਾਂਦਾ ਹੈ। ਉਹਦੇ ਮਨ ਨੂੰ ਇਹ ਜਨਮ ਮਰਨ ਦੇ ਗੇੜ ਚੋਂ ਰੋਕ ਆ ਜਾਂਦੀ ਹੈ। ਗੁਰ ਡਿੱਠਾ ਤਾਂ ਮਨ ਸਦਾਰਿਆ। ਚਾਰੇ ਜਾਗੇ ਆਖਰੀ ਜਿਹੜੀ ਹੈਗੀ ਆ, ਇਹ ਪੰਜਵੀਂ ਪਾਤਸ਼ਾਹੀ ਦੇ ਵਾਸਤੇ ਆ ਰਹੀ ਹੈ। ਆਖਰੀ ਪੌੜੀ ਪੰਜਵੀਂ ਪਾਤਸ਼ਾਹੀ ਦੀ ਹੈ, ਉਹਨਾਂ ਦੇ ਵਾਸਤੇ। ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ। ਕਹਿੰਦੇ ਚਾਰ ਗੁਰੂ ਸਾਹਿਬ ਜੋਤਾਂ ਜਿਹੜੀਆਂ ਸੀਗੀਆਂ ਆਪੋ ਆਪਣੇ ਸਮੇਂ ਦੇ ਵਿੱਚ ਜਿਹੜੀ ਹੈਗੀਆਂ ਇਹ ਸੰਸਾਰ ਨੂੰ ਜਿਹੜੇ ਹੈਗੇ ਆ ਉਹ ਜਗਾਉਂਦੀਆਂ ਸੀਗੀਆਂ। ਉਹ ਗਿਆਨ ਸਾਰੇ ਸੰਸਾਰ ਨੂੰ ਉਹ ਪਰਮਾਤਮਾ ਦਾ ਗਿਆਨ ਵੰਡਦੀਆਂ ਸੀਗੀਆਂ। ਪੰਚਾਇਣ ਆਪੇ ਹੋਆ। ਕਹਿੰਦੇ
ਆ ਪੰਜਵੇਂ ਜਿਹੜੇ ਹੈਗੇ ਜਾਮੇ ਦੇ ਵਿੱਚ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਉਹ ਮਾਲਕ ਪਰਮਾਤਮਾ ਆਪ ਹੀ ਜਿਹੜਾ ਹੈਗਾ ਪੰਚਾਇਣ ਬਣ ਗਿਆ ਹੋਏ। ਆਪ ਹੀ ਨੇ ਆਪ ਸਾਜਿਓ, ਆਪੇ ਹੀ ਥੰਮ ਖਲੋਇਆ। ਇਵੇਂ ਲੱਗਦਾ ਹੈ ਆਪਣੇ ਆਪ ਨੂੰ ਹੀ ਸਾਜ ਲਿਆ ਪਰਮਾਤਮਾ ਨੇ, ਆਪ ਹੀ ਜਿਹੜਾ ਹੈਗੇ ਗੁਰੂ ਅਰਜਨ ਦੇਵ ਜੀ ਦੇ ਰੂਪ ਦੇ ਵਿੱਚ ਆ ਕੇ ਖਲੋ ਗਿਆ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਕਹਿੰਦੇ ਆ ਗਿਆਨ ਜਿਹੜਾ ਹੈਗਾ ਇਹ ਪੱਟੀ ਜਿਹੜੀ ਹੈਗੀ ਇਹ ਪੱਟੀ ਜਿਹੜੀ ਹੈਗੀ, ਪੱਟੀ ਕੀ ਆ ਗੁਰੂ ਗ੍ਰੰਥ ਸਾਹਿਬ ਜੋ ਗਿਆਨ ਦਿੱਤਾ ਹੈ ਆਪਾਂ ਨੂੰ। ਆਪੇ ਪੱਟੀ ਕਲਮ ਆਪ, ਕਲਮ ਵੀ ਕਹਿੰਦੇ ਆਪ ਹੀ ਪਰਮਾਤਮਾ ਹੀ ਲੱਗਦਾ ਹੈ। ਪਰਮਾਤਮਾ ਨੇ ਪੱਟੀ ਲਿਖੀ ਹੈ, ਪਰਮਾਤਮਾ ਨੇ ਕਲਮ ਹੈ ਪਰਮਾਤਮਾ ਦੀ, ਪਰਮਾਤਮਾ ਹੀ ਲਿਖਣ ਵਾਲਾ ਹੈਗਾ ਭਾਈ, ਤੂੰ ਆਪ ਹੀ ਲਿਖਣ ਵਾਲਾ ਹੈ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਆ। ਸਾਰੀ ਉਮਤ ਕਹਿੰਦੇ ਸਾਰੀ ਜਿਹੜੀ ਹੈਗੀ ਆ ਇਹ ਸ੍ਰਿਸ਼ਟੀ ਲੋਕਾਈ ਜਿਹੜੀ ਹੈਗੀ ਆਉਣ ਜਾਣ ਵਾਲੀ ਹੈ ਭਾਈ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਆ। ਤੁਸੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਆਪ ਨਵੇਂ ਨਰੋਏ ਆ ਭਾਈ। ਤਖਤ ਤੇ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖੇਵੇ ਚੰਦੋਆ। ਕਹਿੰਦੇ ਤਖਤ ਦੇ ਗੁਰੂ ਗੱਦੀ ਦੇ ਉੱਤੇ ਗੁਰੂ ਅਰਜਨ ਦੇਵ ਜੀ ਜਿਹੜੇ ਹੈਗੇ ਸੁਸ਼ੋਭਿਤ ਹੋਏ ਅਤੇ ਉਹਨਾਂ ਦਾ ਜਿਹੜਾ ਹੈਗਾ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਵੀ ਚੰਦੋਆ ਜਿਹੜਾ ਹੈਗਾ ਉਹ ਜਿਹੜਾ ਹੈਗਾ ਖੀਵੇ ਦਾ ਮਤਲਬ ਹੈ ਵੀ ਬਹੁਤ ਜਿਹੜਾ ਹੈਗਾ ਸੁਸ਼ੋਭਿਤ ਹੋ ਰਿਹਾ ਹੈ, ਸ਼ੋਭਾ ਦੇ ਰਿਹਾ ਹੈ। ਤਖਤ 'ਤੇ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖੀਵੇ ਚੰਦੋਆ ਪੂਰਾ ਤਣਿਆ ਹੋਇਆ ਹੈ। ਉਗਵਣੋਂ ਤੇ ਆਥਵਣੋਂ ਚੌ ਚੱਕੀ ਕੀਨ ਲੋਆ। ਉਗਵਣੋਂ ਕਹਿੰਦੇ ਆ ਸੂਰਜ ਚੜ੍ਹਨ ਤੋਂ ਲੈ ਕੇ ਛੁਪਣ ਤੱਕ, ਔਰ ਛੁਪਣ ਤੋਂ ਲੈ ਕੇ ਚੜ੍ਹਨ ਤੱਕ। ਆਥਵਣੋਂ ਚੌ ਚੱਕੀ, ਚਾਰੋਂ ਦਿਸ਼ਾਵਾਂ ਦੇ ਵਿੱਚ ਜਿਹੜਾ ਹੈਗਾ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਉਗਵਣੋਂ ਤੇ ਆਥਵਣੋਂ ਚੌ ਚੱਕੀ ਕੀਨ ਲੋਆ। ਜਿਨੀ ਗੁਰੂ ਨਾ ਸੇਵਿਓ ਮਨਮੁਖਾਂ ਪਿਆ ਮੋਆ। ਜਿਨ੍ਹਾਂ ਨੇ ਐਸੇ ਗੁਰੂ ਜਿਹੜੇ ਹੈਗੇ ਇਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਨਹੀਂ ਖੜਿਆ, ਉਹ ਸੇਵਾ ਨਹੀਂ ਕੀਤੀ, ਉਹ ਤਾਂ ਫਿਰ ਆਪਣੇ ਮਨ ਦੇ ਵਿੱਚ ਚੱਲ ਕੇ ਜਿਹੜੇ ਹੈਗੇ ਆਤਮਿਕ ਮੌਤ ਮਰ ਗਏ। ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਕਹਿੰਦੇ ਗੁਰੂ ਦੀ ਤਾਂ ਜਿਹੜੀ ਹੈਗੀ ਆ ਦਿਨ ਦੂਣੀ ਰਾਤ ਚੌਗਣੀ ਜਿਹੜੀ ਹੈਗੀ ਆ ਚੜ੍ਹਾਈ ਜਿਹੜੀ ਹੈਗੀ ਆ ਹੁੰਦੀ ਆ। ਇਹ ਸੱਚੇ ਦਾ ਸੱਚਾ ਢੋਆ ਆ ਉਸ ਮਾਲਕ ਪਰਮਾਤਮਾ ਦਾ। ਇਸ ਤਰੀਕੇ ਦੇ ਨਾਲ ਸੱਚ ਜਿਹੜਾ ਹੈਗਾ ਜੀਵਾਂ ਨੂੰ ਜਿਹੜਾ ਹੈਗਾ ਸੱਚ ਦੇ ਨਾਲ ਜੋੜਨ ਦਾ। ਚਾਰੇ ਜਾਗੇ ਚੌਜੁਗੀ ਪੰਚਾਇਣ ਆਪੇ ਹੋਆ। ਚਾਰ ਯੁਗਾਂ ਦੇ ਵਿੱਚ ਚਾਰ ਜਿਹੜੇ ਗੁਰੂ ਸਾਹਿਬਾਨ ਜਿਹੜੇ ਹੈਗੇ ਉਹ ਪ੍ਰਕਾਸ਼ਮਾਨ ਹੋਏ, ਉਹਨਾਂ ਨੇ ਸੰਸਾਰ ਨੂੰ ਜਿਹੜਾ ਹੈਗਾ ਪ੍ਰਕਾਸ਼ ਦਿੱਤਾ। ਅਤੇ ਪੰਜਵੇਂ ਜਾਮੇ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਰੂਪ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਹੀ ਪੰਚਾਇਣ ਬਣ ਗਿਆ ਹੋਏ। ਆ ਜੀ ਇਹ ਵਾਰ ਜਿਹੜੀ ਹੈਗੀ ਆ ਰਾਏ ਬਲਵੰਤ ਤਥਾ ਸੱਤੇ ਡੂਮ ਦੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਸੰਗ ਜੀ ਪਵਿੱਤਰ ਜੀ ਤੁਹਾਡਾ ਜਿਹੜਾ ਨਾ ਤੁਹਾਡਾ ਮਾਈਕ ਜਿਹੜਾ ਹੈਗਾ ਬੋਲ ਰਿਹਾ ਬਹੁਤ ਜ਼ਿਆਦਾ ਸ਼ੋਰ ਕਰ ਰਿਹਾ ਹੈ। ਪਵਿੱਤਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ। ਜੁਗਰਾਜ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਡੇਟਾ ਸਾਹਿਬ ਸਾਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਦੇਖ ਲਓ ਕਿੰਨੀ ਜਿਹੜੀ ਉਚਾਈ ਹੈਗੀ ਆ ਕਿ ਇਹਨਾਂ ਦੇ ਸੱਤਾ ਬਲਵੰਤ ਜੀ ਨੇ ਜਿਨ੍ਹਾਂ ਨੇ ਪੰਜਾਂ ਦੀਆਂ ਪੰਜਾਂ ਜਿਹੜੀਆਂ ਜੋਤਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਬਾਰੇ ਜਿਹੜਾ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੀ ਉਚਾਈ ਦੇ ਬਾਰੇ ਗਿਆਨ ਦਿੱਤਾ ਹੈ ਭਾਈ।
ਉਹ ਚੌ ਜੁਗੀ ਦੱਸ ਰਹੇ ਨੇ ਜੀ, ਚੌ ਜੁਗਾਂ ਦੇ ਵਿੱਚ ਪਹਿਲਾਂ ਚਾਰੋਂ ਪ੍ਰਗਟ ਕਰਕੇ ਫਿਰ ਆਪ ਹੀ ਪੰਚਾਇਨ ਪ੍ਰਗਟ ਹੋ ਗਿਆ। ਹਾਂ। ਦੇਖੋ ਕਿੰਨਾ ਚਿੱਤਰਨ, ਦੇਖੋ ਉਹਨਾਂ ਦਾ ਕਮਾਲ ਦਾ, ਕਿੱਦਾਂ ਉਹਨਾਂ ਨੇ ਕਿੱਦਾਂ ਮਤਲਬ ਲਿਆਂਦੀ ਬਾਣੀ ਕਿਵੇਂ ਆਈ ਹੈ। ਦੇਖੋ ਹੈਰਾਨੀ ਦੀ ਗੱਲ, ਬਿਲਕੁਲ ਬਿਸਮਾਦ ਹੈ। ਹਾਂ ਵੀਰ ਜੀ ਹਾਂਜੀ ਹਾਂਜੀ ਇਹ ਜਿਹੜਾ ਖੀਵੀ ਜੀ ਦਾ ਦੱਸਿਆ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਹੀ ਛੋਂ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਘਿਆਲੀ। ਮਤਲਬ ਮੇਨ ਇਹਦੇ ਵਿੱਚ ਇਹੀ ਮਤਲਬ ਹੈ ਕਿ ਉਹ ਲੰਗਰ ਚੱਲੇ ਗੁਰ ਸ਼ਬਦਾਰ, ਸ਼ਬਦ ਦਾ ਲੰਗਰ ਹੀ ਮਤਲਬ ਉਹ ਚੱਲਦਾ ਬਣ ਰਿਹਾ। ਹਾਂ ਲੰਗਰ ਦੌਲਤ ਵੰਡੀਆ, ਦੌਲਤ ਵੀ ਸੀਗੀ ਬਿਲਕੁਲ। ਤੇ ਰਸ ਅੰਮ੍ਰਿਤ ਖੀਰ ਘਿਆਲੀ ਆ। ਖੀਰ ਨਾਲ ਇਹਨਾਂ ਨੇ ਕੰਪੈਰੀਜ਼ਨ ਕੀਤਾ, ਉਹ ਹੈ ਤਾਂ ਉਹ ਮਤਲਬ ਨਾਮ ਦੀ ਖੀਰ ਹੀ ਆ ਜੀ, ਨਾਮ ਦਾ ਹੀ ਅੰਮ੍ਰਿਤ ਆ। ਠੀਕ, ਬਿਲਕੁਲ ਠੀਕ ਹੈ ਜੀ। ਉਸ ਵੇਲੇ ਵੀਰ ਜੀ ਸਾਧ ਸੰਗਤ ਜਿਹੜੀ ਆਉਂਦੀ ਸੀਗੀ, ਦੂਰੋਂ ਆਉਂਦੀ ਸੀਗੀ, ਉਹ ਵਾਪਸ ਨਹੀਂ ਜਾ ਸਕਦੇ ਸੀਗੇ, ਵਾਪਸ ਜਾਣ ਦੇ ਸਾਧਨ ਨਹੀਂ ਹੁੰਦੇ ਸੀ ਅੱਜ ਕੱਲ੍ਹ ਵਾਂਗੂ, ਤੇ ਉਹਨਾਂ ਨੂੰ ਫਿਰ ਜਿਹੜਾ 1-2 ਦਿਨ ਲੱਗਦੇ ਸੀ, ਤੇ ਉੱਥੇ ਲੰਗਰ ਤਾਂ ਸੰਗਤ ਦੇ ਵਿੱਚ ਜਿਹੜਾ ਉਹ ਪੇਟ ਤਾਂ ਮੰਗਦਾ ਹੀ ਹੈ ਲਾਜ਼ਮੀ। ਉਹ ਲੰਗਰ ਤਾਂ ਹੁੰਦੇ ਆ ਜੀ, ਖਾਣ ਪੀਣ ਦਾ ਤਾਂ ਉਹ ਤਾਂ ਖੈਰ ਹੈ ਜੀ। ਹਾਂ ਵੈਸੇ ਲੰਗਰ, ਅਸਲੀ ਲੰਗਰ ਤਾਂ ਜਿਹੜਾ ਸ਼ਬਦ ਦਾ ਹੀ ਹੈਗਾ। ਬਿਲਕੁਲ ਸਹੀ ਗੱਲ ਹੈ। ਜਿਵੇਂ ਖੀਰ ਮਤਲਬ ਐਕਚੁਅਲੀ ਚੌਲਾਂ ਤੇ ਦੁੱਧ ਵਾਲੀ ਤੇ ਖੰਡ ਵਾਲੀ ਖੀਰ ਦੀ ਗੱਲ ਨਹੀਂ ਹੋਣੀ ਮੇਰੇ ਹਿਸਾਬ ਨਾਲ। ਨਹੀਂ ਉਹ ਚਲੋ ਆਪਾਂ ਤਾਂ ਜਿਹੜਾ ਹੈਗਾ ਉਹ ਤਾਂ ਮੇਨ ਤਾਂ ਇਹੀ ਹੈਗਾ ਨਾ, ਭਗਤੀ ਦੀ ਗੱਲ ਆ। ਮੇਨ ਗੱਲ ਤਾਂ ਪਰਪਸ ਜਿਹੜਾ ਹੈਗਾ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ, ਉਹਦੇ ਵਿੱਚ ਹੀ ਆਉਂਦਾ ਇਹ ਵੀ। ਹਾਂਜੀ ਲੰਗਰ ਉਸੇ ਦੌਲਤ ਦਾ ਹੀ ਸੀਗਾ ਜੀ, ਗੁਰ ਸ਼ਬਦ। ਉਹਦੀ ਵੀ ਗੱਲ ਹੋ ਰਹੀ ਆ। ਹਾਂਜੀ ਬਾਕੀ ਬਹੁਤ ਵਧੀਆ ਜੀ, ਸਮਝ ਆਈ ਆ ਜੀ ਇਸ ਦੀ। ਲਹਿਣਾ ਜੀ ਦੀ ਜਿਹੜੀ ਵਾਰ ਆ, ਪਹਿਲਾਂ ਮੈਨੂੰ ਸਮਝ ਨਹੀਂ ਸੀ ਆਈ ਜੀ। ਨਹੀਂ ਕੋਈ ਨਹੀਂ, ਪੂਰੀ ਤਰ੍ਹਾਂ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੀ ਡਿਊਟੀ ਲਾਈ ਸੀ ਕਿ ਲੰਗਰ ਵੰਡਣ ਦੀ, ਤੇ ਆਪਦੀ ਉਹੀ ਮਤਲਬ ਪਾਵਰ ਦੇ ਕੇ ਪੂਰੀ ਜੋ ਤੇ ਕਾ ਜੁਗਤ ਹੋਈ। ਤੇ ਉਹਨਾਂ ਨੇ ਭਾਈ ਸੱਤਾ ਜੀ ਨੇ ਮਤਲਬ ਉਹਨਾਂ ਦੀ ਤਾਰੀਫ ਕੀਤੀ, ਮਤਲਬ ਸਤਿਗੁਰੂ ਦੀ ਤਾਰੀਫ ਕੀਤੀ ਜਿਵੇਂ ਬਾਕੀ ਸਤਿਗੁਰਾਂ ਦੀ ਕੀਤੀ ਹੋਈ ਆ। ਤੇ ਪੰਜਵੇਂ ਪਾਤਸ਼ਾਹ ਵੀ ਜਿਵੇਂ ਪ੍ਰਮਾਤਮਾ ਆ ਕੇ ਪੰਚਾਇਤ ਆਪ ਹੀ ਬਹਿ ਗਿਆ, ਪ੍ਰਮਾਤਮਾ ਦਾ ਰੂਪ ਹੀ ਸੀ। ਬਿਲਕੁਲ ਤਾਂ ਵੀ ਪ੍ਰਮਾਤਮਾ ਆਪ ਹੀ ਸੀ, ਆਪ ਸਾਜਿਆ। ਬਹੁਤ ਹੀ ਵਧੀਆ ਜੀ। ਵਾਹਿਗੁਰੂ ਜੀ ਕੀ ਫਤਿਹ। ਇਹ ਵਾਰ ਆ ਜਿਹੜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਸੀਂ ਕੁਝ ਕਹਿਣਾ? ਵਾਹਿਗੁਰੂ ਵਾਹਿਗੁਰੂ